ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ ਮੁੰਡਿਆ, ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ ਮੁੰਡਿਆ। ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ ਮੁੰਡਿਆ, ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ ਮੁੰਡਿਆ। ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ, ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ। ਤੇਰੇ ਨਾਂ ਦਾ ਤਵੀਤ ਵਟਿਆ, ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸੌਣ ਦੇ ਮਹੀਨੇ। ਮੈਂ ਸੀ ਅਲੜ ਪੁਣੇ 'ਚ ਅਜੇ ਪੈਰ ਰੱਖਿਆ। ਮਤਲਬ ਸਾਉਣ ਦਾ ਮਹੀਨਾ ਆਪਾਂ ਕਹਿੰਦੇ ਆ, ਜਦੋਂ ਮੈਂ ਪੱਟ ਲੈ ਗਾਣੇ 'ਚ ਆ ਵੀ ਸਾਉਣ ਦਾ ਮਹੀਨੇ ਗੱਲ। ਹੁਣ ਸਾਉਣ ਦਾ ਮਹੀਨਾ ਹੀ ਰਹਿਣਾ, 100 ਸਾਲ ਬਾਅਦ ਵੀ ਸਾਉਣ ਤਾਂ ਸਾਉਣ ਹੀ ਰਹਿਣਾ। ਉਹ ਮੈਂ ਕਰਦਾ ਰਹਿਣਾ, ਹਜੇ ਚਾਹੇ ਉਹ ਅੱਗੇ ਨਾ ਆਉਣ, ਮੈਂ ਲਿਖ ਰੱਖੀ ਜਾਣਾ। ਸੋ ਕੋਸ਼ਿਸ਼ ਹੁੰਦੀ ਕਿ ਗਾਣਾ ਕੋਈ ਵੀ ਬਣਾਵਾਂ ਲਿਖਾਂ, ਉਹ ਇਸ ਤਰ੍ਹਾਂ ਹੋਵੇ ਵੀ ਉਹ 5 ਸਾਲ ਬਾਅਦ 10 ਸਾਲ ਬਾਅਦ ਲੱਗਾ ਉਹ ਪੁਰਾਣਾ ਨਾ ਲੱਗੇ। ਹਾਂਜੀ, ਮੇਰੀ ਆਵਾਜ਼ 'ਚ ਹੁਣ ਕੰਟੀਨਿਊ ਆਉਣਗੇ ਮੇਰੇ ਗਾਣੇ, ਸੋ ਫਿਲਮਾਂ 'ਚ ਵੀ ਆਉਣਗੇ, ਕਿਉਂਕਿ ਲਿਖਣ ਦਾ ਟੇਸਟ ਹੁਣ ਮੈਂ ਥੋੜ੍ਹੀ ਜਿਹੀ ਜਿੱਦਾਂ ਮੇਰਾ ਜਿਹੜਾ ਪਸੰਦੀਦਾ ਉਹ ਰੋਮਾਂਟਿਕ ਆ। ਹਾਂ, ਥੋੜ੍ਹੇ ਯੋਧਿਆਂ ਵਾਲੇ ਗਾਣੇ ਉਹ ਵੀ ਲਿਖ ਰਿਹਾ, ਹਥਿਆਰਾਂ ਵਾਲੇ ਵੀ ਲਿਖ ਰਿਹਾ ਹੈਗਾ, ਪਰ ਉਹ ਪੋਜ਼ੀਟਿਵ ਗੱਲ ਹੋਊਗੀ। ਚੁੰਨੀ ਨੀ ਬਲੈਕ ਤੇਰੀ ਜਾਨ ਸਾਡੀ ਮੰਗਦੀ, ਆਸ਼ਿਕਾਂ ਵਿਚਾਰਿਆਂ ਨੂੰ ਸੂਲੀ ਉੱਤੇ ਟੰਗਦੀ। ਚੁੰਨੀ ਨੀ ਬਲੈਕ ਤੇਰੀ। ਤੁਹਾਡੀ ਮੁਲਾਕਾਤ ਅੱਜ ਉਸ ਆਰਟਿਸਟ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਲਿਖੇ ਹੋਏ ਗੀਤਾਂ ਰਾਹੀਂ ਕਈ ਕੁੜੀਆਂ ਦੇ ਦਿਲ ਪੱਟੇ ਨੇ। ਮੇਰੇ ਨਾਲ ਨੇ ਗਾਇਕ ਤੇ ਗੀਤਕਾਰ ਰਣਵੀਰ ਗਰੇਵਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਠੰਡ ਵੀ ਹੈਗੀ ਆ ਔਰ ਥੋੜਾ ਜਿਹਾ ਹੈਕਟਿਕ ਵੀ ਹੈ ਸ਼ੈਡਿਊਲ, ਸੋ ਆਪਾਂ ਸੋਚਿਆ ਕਿ ਨਾਲ ਕਾਫੀ ਪੀਓ ਔਰ ਨਾਲ ਗੱਲਬਾਤ ਕਰਦੇ ਹਾਂ। ਸੋ ਰਣਵੀਰ, ਜਿਵੇਂ ਮੈਂ ਸਟਾਰਟਿੰਗ ਵਿੱਚ ਹੀ ਕਿਹਾ ਕਿ ਕਾਫੀ ਕੁੜੀਆਂ ਦੇ ਦਿਲ ਪੱਟੇ ਗਏ ਤੁਹਾਡੇ ਗੀਤ ਸੁਣ ਕੇ ਹੀ, ਹੈ ਨਾ। ਸੋ ਐਜ਼ ਅ ਸਿੰਗਰ ਤੁਸੀਂ ਮੈਨੂੰ ਲੱਗਦਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਜੀ ਜੀ, ਬਿਲਕੁਲ ਹੈ ਨਾ। ਫਿਰ ਐਜ਼ ਅ ਲਿਰਿਸਿਸਟ ਤੁਸੀਂ ਇੰਟਰੋਡਿਊਸ ਹੋਏ। ਹਾਂਜੀ, ਮੈਂ ਪਹਿਲਾਂ ਸਿੰਗਰ ਸੀਗਾ, ਮੈਂ ਲਿਰਿਸਿਸਟ ਬਾਅਦ 'ਚ ਬਣਿਆ। ਨੈਚੁਰਲੀ ਕੁਝ ਇਸ ਤਰ੍ਹਾਂ ਦੇ ਹਾਲਾਤ ਹੋਏ ਕਿ ਤੇ ਫਿਰ ਹੁਣ ਮੈਂ ਆਪ ਹੀ ਲਿਖਦਾ। ਓਕੇ, ਸੋ ਉਹ ਹਾਲਾਤ ਕੀ ਹੋਏ ਉਹ ਵੀ ਅਸੀਂ ਜ਼ਰੂਰ ਪੁੱਛਾਂਗੇ। ਔਰ ਮੈਂ ਥੋੜੇ ਜਿਹੇ ਤੁਹਾਨੂੰ ਪ੍ਰੋਜੈਕਟਸ ਦੱਸਣਾ ਚਾਹਾਂਗੀ ਰਣਵੀਰ ਗਰੇਵਾਲ ਹੋਣਾ ਦੇ। ਇਹਨਾਂ ਦਾ ਜਿਹੜਾ ਗਾਏ ਹੋਏ ਗੀਤ ਨੇ ਉਹ ਨੇ ਸੋਫੀ ਯਾਰ ਜਿਹੜੇ ਦਸੰਬਰ, ਚੁੰਨੀ ਬਲੈਕ ਜੋ ਕਿ ਜੈਸਮਿਨ ਸੈਂਡਲਰਸ ਦੇ ਨਾਲ ਸੀਗਾ, ਰਾਈਟ, ਔਰ ਦਬੰਗ ਜੱਟ ਹੈ। ਔਰ ਉਸ ਤੋਂ ਇਲਾਵਾ ਜੇ ਐਜ਼ ਅ ਲਿਰਿਸਿਸਟ ਗੱਲ ਕਰੀਏ ਤਾਂ ਫਿਰ ਪੱਟ ਲੈ ਗਿਆ ਜਿਹੜਾ ਹੈ ਗੀਤ, ਔਰ ਪ੍ਰਾਈਜ਼ਲੈਸ ਨਾਲ ਜੋ ਕਿ ਅਨਮੋਲ, ਜੋ ਗਗਨ ਅਨਮੋਲ ਹੈ ਉਹਨਾਂ ਦਾ ਗਾਇਆ ਗੀਤ ਹੈ। ਔਰ ਉਹਨਾਂ ਤੋਂ ਇਲਾਵਾ ਚੁੰਨੀ ਬਲੈਕ ਜਿਹੜਾ ਮੈਂ ਪਹਿਲੇ ਵੀ ਕਹਿ ਚੁੱਕੀ ਹਾਂ, ਔਰ ਗੁਗਲੋ ਮੁਗਲੋ ਜੋ ਕਿ ਥੋੜੇ ਟਾਈਮ ਪਹਿਲੇ ਹੀ ਆਇਆ ਹੋਇਆ, ਰਿਲੀਜ਼ ਹੋਇਆ, ਔਰ ਬਹੁਤ ਪਿਆਰ ਦਿੱਤਾ ਜਾ ਰਿਹਾ ਉਸ ਗੀਤ ਨੂੰ ਵੀ। ਸੋ ਰਣਵੀਰ, 2017 ਵਿੱਚ ਤੁਸੀਂ ਆਪਣੀ ਗਾਇਕੀ ਦਾ ਜਿਹੜਾ ਸਫ਼ਰ ਹੈ ਸ਼ੁਰੂ ਕੀਤਾ। ਆਲਮੋਸਟ, ਹਾਂਜੀ, ਕਹਿ ਸਕਦੇ। ਸੋ ਕੀ ਬੈਕਗਰਾਉਂਡ ਹੀ ਮਿਊਜ਼ਿਕ ਨਾਲ ਰਿਲੇਟਡ ਸੀਗਾ ਜਾਂ ਖੁਦ ਦੀ ਚਾਹ ਸੀ ਕਿ ਮੈਂ ਗਾਇਕ ਬਣਨਾ ਜਾਂ ਗਾਇਕੀ ਵਾਲਾ ਹੋਣਾ? ਹਾਂਜੀ, ਮੇਰਾ ਐਕਚੁਅਲੀ ਗਾਇਕ ਬਣਦਾ ਸੀਗਾ ਸ਼ੁਰੂ ਤੋਂ, ਮੈਂ ਸਿੱਖਿਆ ਨਹੀਂ ਆ। ਹਾਂ, ਜਿੱਦਾਂ ਹੁੰਦਾ ਕਿ ਬਾਅਦ 'ਚ ਮੈਂ ਹੋਰ ਉਹਦੀਆਂ ਬਰੀਕੀਆਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਨਾ, ਤੇ ਲੇਕਿਨ ਜਿਹੜਾ ਬਚਪਨ ਜਦੋਂ ਤੋਂ ਆਪਾਂ ਨੂੰ ਸੋਝੀ ਆਉਂਦੀ ਆ, ਥੋੜ੍ਹੀ ਜਿਹੀ ਆਪਾਂ ਨੂੰ ਬਚਪਨ ਤੋਂ ਬਾਹਰ ਨਿਕਲਦੇ ਆ ਨਾ, ਤੇ ਉਦੋਂ ਮੈਂ ਗਾਉਂਦਾ ਸੀਗਾ। ਮਤਲਬ ਮੈਨੂੰ, ਮੈਂ ਸੁਰਤਾਲ 'ਚ ਮੈਂ ਪਹਿਲੀ ਵਾਰੀ ਜਦੋਂ ਸਟੇਜ 'ਤੇ ਵੀ ਗਾਇਆ ਸੀ ਨਾ ਸਕੂਲ 'ਚ, ਮੇਰੇ ਖਿਆਲ ਮੈਂ 5ਵੀਂ ਜਾਂ 6ਵੀਂ 'ਚ ਹੋਊਂਗਾ ਜੀ। ਤੇ ਉਦੋਂ ਵਿਦ ਮਜੀਸ਼ੀਅਨਸ ਦੇ ਨਾਲ ਮੈਂ ਗਾਇਆ ਸੀ, ਔਰ ਬੜੀ ਮੈਨੂੰ ਵੀ ਵਧੀਆ ਲੱਗਿਆ। ਤੇ ਸੁਣਨ ਵਾਲਿਆਂ ਕਿਹਾ ਕਿ ਯਾਰ ਵੀ ਕਮਾਲ ਦੀ ਗੱਲ ਆ ਕਿ ਬਾਹਰ ਨਹੀਂ ਹੋਇਆ ਤਾਲ ਤੋਂ, ਹੈ ਨਾ, ਜਾਂ ਸੁਰ ਤੋਂ। ਤੇ ਉੱਥੋਂ ਲੱਗਦਾ ਕਿ ਨੈਚੁਰਲੀ ਕਿਤੇ ਪਹਿਲਾਂ ਤੋਂ ਆਏ, ਕਿਉਂਕਿ ਮੇਰੇ ਡੈਡੀ ਮੈਨੂੰ ਗਾਉਂਦੇ ਸੀਗੇ, ਉਹ ਅੱਗੇ ਨਹੀਂ ਆ ਪਾਏ, ਲੇਕਿਨ ਉਹਨਾਂ 'ਚ ਗਾਉਣ ਦੇ ਸੀਗੇ ਗੁਣ। ਹਾਂਜੀ, ਤੇ ਮੈਨੂੰ ਲੱਗਦਾ ਕਿ ਚੀਜ਼ਾਂ ਟਰੈਵਲ ਕਰਦੀਆਂ, ਸੋ ਗਾਉਣ ਦੇ ਉੱਥੋਂ ਆਇਆ। ਤੇ ਲਿਖਣ ਦੇ ਨਹੀਂ ਪਤਾ ਕਿੱਦਾਂ ਆਇਆ, ਇਹ ਸ਼ਾਇਦ ਪਤਾ ਨਹੀਂ, ਇਹ ਨੈਚੁਰਲੀ ਹੋਇਆ ਜੀ। ਉਸ ਤਰ੍ਹਾਂ ਕੁਝ ਹਾਲਾਤ ਪੈਦਾ ਹੋਏ ਤੇ ਫਿਰ ਮੈਂ ਲਿਖਣ ਲੱਗ ਗਿਆ ਜੀ। ਹੁਣ ਗਾਣ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਮੈਂ ਚਾਹੂੰਗੀ 2 ਲਾਈਨਾਂ ਤੁਸੀਂ ਸੁਣਾ ਦਿਓ, ਹੈ ਨਾ। ਚੁੰਨੀ ਬਲੈਕ ਦੀ ਸੁਣਾ ਦੋਗੇ? ਚੁੰਨੀ ਬਲੈਕ, ਮੇਰੇ ਸਾਰੇ ਗਾਣੇ ਮੈਨੂੰ ਵਧੀਆ ਲੱਗਦੇ, ਮੋਸਟਲੀ ਰੋਮਾਂਟਿਕ ਜਿਹੜਾ ਜਨਰਾ ਮੈਨੂੰ ਵਧੀਆ ਲੱਗਦਾ, ਉਹ ਮੈਂ ਤੁਹਾਨੂੰ ਚੁੰਨੀ ਬਲੈਕ ਸੁਣਾ ਦੇਣਾ ਜੀ। ਚੁੰਨੀ ਨੀ ਬਲੈਕ ਤੇਰੀ ਜਾਨ ਸਾਡੀ ਮੰਗਦੀ, ਆਸ਼ਿਕਾਂ ਵਿਚਾਰਿਆਂ ਨੂੰ ਸੂਲੀ ਉੱਤੇ ਟੰਗਦੀ। ਚੁੰਨੀ ਨੀ ਬਲੈਕ ਤੇਰੀ, ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ, ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ। ਹੋ ਕਰਾਂ ਕੀ ਸਿਫਤ ਤੇਰੀ, ਕਰਾਂ ਕੀ ਸਿਫਤ ਤੇਰੀ, ਵੀਣੀ ਵਾਲੀ ਵੰਗਦੀ। ਚੁੰਨੀ ਨੀ ਬਲੈਕ ਤੇਰੀ। ਵਾਹ, ਬਹੁਤ
ਵਧੀਆ ਮਤਲਬ ਤੁਸੀਂ ਗਾਉਂਦੇ ਹੋ, ਆਵਾਜ਼ ਬਹੁਤ ਸਟਰੋਂਗ ਹੈ ਨਾ, ਔਰ ਸਟਰੋਂਗ ਹੋਣ ਦੇ ਨਾਲ ਨਾ ਤੁਸੀਂ ਹਮੇਸ਼ਾ ਸੁਰ ਤਾਲ ਦੇ ਵਿੱਚ ਵੀ ਰਹਿੰਦੇ ਹੋ, ਉਹ ਵੀ ਨਹੀਂ ਵਿਗੜਦੇ। ਨੈਚੁਰਲ, ਮੈਂ ਪਤਾ ਨਹੀਂ ਕੁਦਰਤ ਕਰਦੀ ਸਭ ਕੁਝ, ਆਪਣੇ ਹੱਥ 'ਚ ਬਹੁਤ ਘੱਟ ਆ। ਸੋ ਆਪਾਂ ਦਾਵਾ ਕਰ ਦਿੰਦੇ ਆ ਕਿ ਮੈਂ ਇਦਾਂ ਕਰਿਆ, ਉਹ ਕਰਿਆ ਵੀ ਤਾਂ ਹੀ ਮਤਲਬ ਕਰਵਾਇਆ ਗਿਆ ਹਨਾ, ਜੇ ਆਪਣੇ ਆਪ ਹੋਇਆ। ਸੋ ਪਰ ਇਹ ਹੈ ਕਿ ਜੋ ਆਪਣੇ ਹੱਥ 'ਚ ਹੈਗਾ, ਜਿੱਦਾਂ ਕਿ ਜੇ ਮੈਂ ਗਾ ਲੈਣਾ ਸ਼ੁਰੂ ਤੋਂ ਸਿੱਖਿਆ ਨਹੀਂ, ਤਾਂ ਇਹ ਨਹੀਂ ਕਿ ਮੈਂ ਕਹਾਂ ਕਿ ਮੈਂ ਤਾਂ ਗਾਉਣਾ ਆਉਂਦਾ ਬਹੁਤ ਵਧੀਆ। ਡੇਲੀ ਉਹਦਾ ਅਭਿਆਸ ਕਰਨਾ ਜ਼ਰੂਰੀ, ਮੈਂ ਜ਼ਰੂਰ ਕਰਦਾ ਜੀ। ਮਤਲਬ ਕਿਤੇ ਵੀ ਹੋਵਾਂ ਤਾਂ ਮੈਨੂੰ ਹੁੰਦਾ ਉੱਦਾਂ ਹੀ ਚੈਨ ਜਿਹਾ ਨਹੀਂ ਆਉਂਦਾ ਕਿ ਮੈਂ ਗਾਵਾਂ, ਅੱਧਾ ਪੌਣਾ ਘੰਟਾ ਗਾਵਾਂ। ਜਦੋਂ ਛੋਟੇ ਸੀਗੇ ਤੇ ਕਿਸ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਸੀ, ਕਿਸ ਗਾਇਕ ਨੂੰ, ਔਰ ਕਿਸ ਤੋਂ ਜ਼ਿਆਦਾ ਇਨਸਪਾਇਰ ਹੋਏ? ਮੈਂ ਕੋਈ ਇੱਕ ਪਾਰਟਿਕੂਲਰ ਨਹੀਂ ਹੈ ਜੀ, ਮਤਲਬ ਕਾਫੀਆਂ ਤੋਂ ਇੰਸਪਾਇਰ ਹਾਂ। ਤੇ ਕਦੇ ਕਦੇ ਮੇਰੀ ਆਵਾਜ਼ 'ਚੋਂ ਜੋ ਇਕੱਲਾ ਗਾਉਣਾ ਜਾਂ ਸੁਣਨ ਵਾਲੇ ਕਈ ਸੁਣਦੇ ਆ, ਨੇੜੇ ਦੇ ਸੱਜਣ, ਉਹ ਝਲਕ ਵੀ ਆਉਂਦੀ ਆ। ਜਿਸ ਤਰ੍ਹਾਂ ਗੁਰਦਾਸ ਮਾਨ ਸਾਹਿਬ ਨੂੰ ਮੈਂ ਬਹੁਤ ਸੁਣਦਾ, ਉਹ ਸਾਰੇ ਹੀ ਸੁਣਦੇ ਆ ਉਹਨਾਂ ਨੂੰ। ਸੋ ਉਹਨਾਂ 'ਚ ਇੱਕ ਮੈਂ ਵੀ ਆ, ਮੈਨੂੰ ਚੰਗੇ ਲੱਗਦੇ ਆ। ਸੋ ਕੁਝ ਗਾਣੇ ਉਸ ਤਰ੍ਹਾਂ ਦੀ ਮੈਂ ਬਣਾ ਰਿਹਾ ਜੀ। ਸੋ ਉਸ ਤਰ੍ਹਾਂ ਦੀ ਵਰਡਿੰਗ ਤੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਹਨਾ, ਸੋ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਆਵਾਜ਼ ਥੋੜਾ ਕ੍ਰਿਸਪੀ ਜਾਂ ਮੈਨੂੰ ਉਹ ਕੰਨਾਂ ਨੂੰ ਉਹ ਰਸ ਟੁੰਬਦਾ ਮੈਨੂੰ। ਸੋ ਉਸ ਤਰ੍ਹਾਂ ਦੇ ਕੋਈ ਵੀ ਹੋਵੇ ਤੇ ਮੈਨੂੰ ਚੰਗੇ ਲੱਗਦੇ ਆ। ਆਪਣੇ ਸੁਖਵਿੰਦਰ ਸਿੰਘ ਹੋ ਗਏ ਜੀ, ਬਾਲੀਵੁੱਡ ਤੋਂ ਨਾ, ਤੇ ਬੜੇ ਛੋਟੇ ਤੋਂ ਮਤਲਬ ਉਸ ਤਰ੍ਹਾਂ ਦੀ ਆਵਾਜ਼। ਲਾਭ ਹੀਰਾ ਜੀ ਨੇ ਇੱਕ, ਉਹਨਾਂ ਦੀ ਮੈਨੂੰ ਆਵਾਜ਼ ਵੀ ਉਸ ਤਰ੍ਹਾਂ ਦਾ ਮਿਲਦਾ। ਸੋ ਉਹ ਮੈਂ ਉਸ ਤਰ੍ਹਾਂ ਗਾਉਣ ਦੀ ਕੋਸ਼ਿਸ਼ ਵੀ ਕਰਦਾ, ਗਾ ਤਾਂ ਨਹੀਂ ਪਾਉਂਦਾ ਹਜੇ। ਸੋ ਮੈਨੂੰ ਲੱਗਦਾ ਉਸ ਤਰ੍ਹਾਂ ਸੋਚ ਕੇ ਫਿਰ ਉਸ ਤਰ੍ਹਾਂ ਦਾ ਤੁਹਾਡਾ ਹੋ ਜਾਂਦਾ ਗਲਾ, ਆਵਾਜ਼ ਸਾਰਾ ਜੀ। ਇੰਨੇ ਦਿਗਨਾਂ ਦੇ ਤੁਸੀਂ ਨਾਮ ਲਿੱਤੇ ਆ, ਹੈ ਨਾ। ਮੈਂ ਹੁਣ ਇਹ ਨਹੀਂ ਕਹੂੰਗੀ ਕਿ ਮੇਰੀ ਪਸੰਦ ਆ, ਮੈਂ ਆਪ ਨਾਮ ਬੋਲ ਕੇ ਨਹੀਂ, ਬਟ ਜਿਹੜੇ ਵੀ ਹੁਣ ਤੁਹਾਨੂੰ ਲੱਗਦਾ ਕਿ ਹਾਂ ਇਸ ਵੇਲੇ ਕੋਈ ਗੀਤ ਸੁਣਾਉਣਾ ਹੋਵੇ, ਉਹਨਾਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਆਰਟਿਸਟ ਦਾ ਗੀਤ ਸੁਣਾ ਦਿਓ। ਮੈਂ ਗੁਰਦਾਸ ਮਾਨ ਸਾਹਿਬ ਦਾ ਸੁਣਾ ਦਿੰਦਾ। ਉਹ ਆਲਮੋਸਟ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ, ਮੈਂ ਉਹ ਰੋਜ਼ ਗਾਉਣਾ ਜੀ, ਗਾਣਾ ਮੈਨੂੰ ਚੰਗਾ ਲੱਗਦਾ। ਤੇ ਉਹ ਮੈਂ ਤੁਹਾਨੂੰ ਸੁਣਾ ਦਿੰਦਾ, ਪੁਰਾਣਾ ਗਾਣਾ ਤੁਹਾਨੂੰ ਸੁਣਿਆ ਹੋਊਗਾ, ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ। ਉਹ ਮੈਂ ਸਵੇਰੇ ਰੋਜ਼ ਗਾਉਣਾ ਹੀ ਗਾਉਣਾ, ਤੇ ਉਹ ਗਾਉਣਾ ਹੀ ਗਾਉਣਾ। ਜੇ ਮੈਂ ਨਾ ਗਾਵਾਂ, ਇੱਕ ਦੋ ਵਾਰ ਮੈਂ ਪਿੰਡ ਗਿਆ ਸੀ, ਮੈਂ ਗਾਇਆ ਨਹੀਂ ਪਿੰਡ, ਪਤਾ ਨਹੀਂ ਮੈਂ ਘਰੇ ਨਹੀਂ ਗਾਉਂਦਾ। ਤੁਸੀਂ ਸੰਗਰੂਰ ਤੋਂ? ਮੈਂ ਸੰਗਰੂਰ ਤੋਂ, ਹਾਂਜੀ। ਸੰਗਰੂਰ ਮੇਰਾ ਪਿੰਡ ਹੈ, ਸਕਰੌਦੀ ਪਿੰਡ ਪੈਂਦਾ ਜੀ। ਰਾਜ ਕਾਕੜਾ ਜੀ ਬੜਾ ਵੱਡਾ ਇੱਕ ਨਾਂ ਹੈਗਾ, ਉਹਨਾਂ ਦੇ ਕਾਕੜਾ ਪਿੰਡ ਦੇ ਨਾਲ ਹੀ ਮੇਰਾ ਪਿੰਡ ਸਕਰੌਦੀ ਪੈਂਦਾ। ਸੋ ਘਰੇ ਮੈਨੂੰ ਸੰਗ ਲੱਗਦੀ, ਮੈਂ ਗਾਉਂਦਾ ਨਹੀਂ, ਪਤਾ ਨਹੀਂ ਕਿ ਮੈਂ ਖੁੱਲਿਆ ਜਾਂ ਨਹੀਂ ਹੋਇਆ। ਤੇ ਉਹ ਗਾਣਾ ਮੈਂ ਗਾਉਣਾ ਹੀ ਗਾਉਣਾ, ਤੇ ਉਹ ਮੈਂ ਤੁਹਾਨੂੰ ਸੁਣਾਉਣਾ। ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜਨੀ, ਸਾਡਾ ਦਿਲ ਮੋੜ ਦੇ, ਸਾਡੇ ਜੇ ਬਥੇਰੇ ਤੈਨੂੰ, ਸਾਡੇ ਜੇ ਬਥੇਰੇ ਤੈਨੂੰ, ਸੱਜਣਾ ਦੀ ਥੋੜਨੀ, ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜਨੀ, ਸਾਡਾ ਦਿਲ ਮੋੜ ਦੇ। ਅੱਛਾ, ਸੰਗ ਕਿਉਂ ਆਉਂਦੀ? ਇੰਨਾ ਵਾਰੀ ਤੁਸੀਂ ਗਾਉਂਦੇ ਹੋ, ਹੈ ਨਾ, ਇੰਨਾ ਖੁੱਲ ਕੇ ਗਾਉਂਦੇ ਹੋ, ਫਿਰ ਘਰ ਕਿਉਂ? ਮੈਨੂੰ ਕਿਤੇ ਸੰਗ ਨਹੀਂ ਆਉਂਦੀ ਜੀ। ਮੈਨੂੰ, ਮੈਂ ਪਹਿਲੀ ਵਾਰੀ ਵੀ ਜਦੋਂ ਗਾਇਆ ਸੀ ਸਟੇਜ ਤੇ, ਮੈਨੂੰ ਕਿਤੇ ਖੜਾ ਦਿਓ, ਮਤਲਬ ਹਨਾ ਵੀ ਕੁਝ ਬੋਲਣਾ, ਮੈਨੂੰ ਖੁਸ਼ੀ ਹੁੰਦੀ ਆ। ਮੈਂ ਪਤਾ ਨਹੀਂ ਪੇਰੈਂਟਸ ਨਾਲ ਨਾ ਓਪਨ ਨਹੀਂ ਹੋਇਆ, ਪਤਾ ਨਹੀਂ ਮੇਰਾ ਉਹਨਾਂ ਨਾਲ ਸੁਭਾਅ ਰਲਿਆ ਨਹੀਂ, ਪਤਾ ਨਹੀਂ ਕਿਉਂ। ਛੋਟੇ ਹੁੰਦੇ ਤੋਂ ਉਹ ਕੁਝ ਹੋਰ ਤਰ੍ਹਾਂ ਸੋਚਦੇ ਸੀ, ਹੋਰ ਤਰ੍ਹਾਂ ਵਿਚਰਦੇ ਸੀ, ਮੈਂ ਚੁੱਪ ਗੁੰਮਸੁੰਮ ਰਹਿੰਦਾ ਸੀ। ਤਾਂ ਮੇਰਾ ਉਹਨਾਂ ਨਾਲ ਮਤਲਬ ਤਾਲਮੇਲ ਬੈਠੇ ਨਹੀਂ। ਸੋ ਜਦੋਂ ਮੈਂ ਕਾਲਜ ਲਾਈਫ ਲਈ ਬਾਹਰ ਆਇਆ ਨਾ ਸਕੂਲਿੰਗ ਤੋਂ, ਉਦੋਂ ਆ ਕੇ ਮੈਂ ਖੁੱਲਿਆ। ਸੋ ਫਿਰ ਮੈਨੂੰ ਲੱਗਿਆ ਕਿ ਹਾਂ ਮੇਰਾ ਮਾਹੌਲ ਆ, ਤੇ ਉੱਥੇ ਮੈਂ ਥੋੜਾ ਸੰਤੁਸ਼ਟ ਹੋਇਆ, ਤੇ ਫਿਰ ਮੈਂ ਓਪਨ ਹੋਇਆ। ਸੋ ਉੱਥੇ ਮੇਰਾ ਪਤਾ ਨਹੀਂ, ਸਟ੍ਰਿਕਟ ਨੇ ਪੇਰੈਂਟਸ? ਹਾਂਜੀ, ਬਹੁਤ ਜ਼ਿਆਦਾ ਸੀਗੇ। ਉਹ ਹੁਣ ਇਹ ਵੀ ਲੱਗਦਾ ਕਿ ਉਹ ਆਪਣੀ ਜਗ੍ਹਾ ਸਹੀ ਸੀਗੇ। ਸੋ ਉਹ ਸਹੀ ਸੋਚਦੇ ਸੀ ਉਸ ਤਰ੍ਹਾਂ। ਉਦੋਂ ਟਾਈਮ ਇਸ ਤਰ੍ਹਾਂ ਸੀ, ਹਾਲਾਤ ਉਹਨਾਂ ਦਾ ਮਜਬੂਰ ਸੀਗੇ ਨਾ। ਸੋ ਕਿਉਂਕਿ ਜਿਹੜਾ ਬੰਦਾ ਪਿੰਡ ਚੋਂ ਕਦੇ ਬਾਹਰ ਨਹੀਂ ਨਿਕਲਿਆ, ਸੋ ਡਰਦਾ ਕਿ ਪਤਾ ਨਹੀਂ ਕੀ ਹੋ ਕੀ ਨਹੀਂ, ਮਤਲਬ ਬੜਾ ਸਟ੍ਰਿਕਟ ਨਾਲ ਸੁਭਾਅ ਨਾਲ ਕਿ ਪੜ੍ਹਾ ਕੇ ਜੇ ਉਹ। ਮੇਰਾ ਪੜ੍ਹਾਈ ਨਾਲ ਨਹੀਂ ਸੀ ਕੋਈ ਤਾਲਮੇਲ, ਮੈਂ ਜ਼ਿਆਦਾ ਨਹੀਂ, ਹਾਂਜੀ ਜਿੰਨਾ। ਹਾਲਾਂਕਿ ਹੁਣ ਮੈਂ ਕਿਤਾਬਾਂ ਪੜ੍ਹਦਾ, ਮੈਨੂੰ ਸ਼ੌਂਕ ਪੈ ਗਿਆ। ਪਹਿਲਾਂ ਖਰੀਦਣ ਦਾ ਸ਼ੌਂਕ ਸੀਗਾ, ਤੇ ਲੇਕਿਨ ਮੈਨੂੰ ਕਿਤਾਬਾਂ ਤੋਂ ਮੈਂ ਭੱਜਦਾ ਸੀ, ਡਰ ਲੱਗਦਾ ਸੀ, ਕਿਉਂ ਪਤਾ ਨਹੀਂ ਉਹ ਕਿਤਾਬਾਂ ਮੇਰੇ ਹਿਸਾਬ ਦੀਆਂ ਨਹੀਂ ਸੀਗੀਆਂ। ਸੋ ਹੁਣ ਜਿਹੜੇ ਮੈਂ ਪੜ੍ਹਦਾ, ਤਾਂ ਹੁਣ ਮੈਨੂੰ ਹੁੰਦਾ ਵੀ ਕੋਈ ਰਹਿ ਨਾ ਜਾਵੇ, ਕੋਈ ਐਸੀ ਗੱਲ, ਕੋਈ ਉਹ ਨਵੀਂ ਪਤਾ ਲੱਗੇ, ਸਿੱਖਾਂ ਹੋਰ ਬੜਾ ਸੁੰਦਰ ਚ। ਓਕੇ, ਸੋ ਪੇਰੈਂਟਸ ਬੇਸਿਕਲੀ ਕੀ ਚਾਹੁੰਦੇ ਸੀ ਤੁਹਾਨੂੰ ਬਣਾਉਣਾ? ਉਹਨਾਂ ਦਾ ਉਹੀ ਸੀ, ਜਿੱਦਾਂ ਪਿੰਡ 'ਚ ਕਈ ਵਾਰ ਹੁੰਦਾ ਕਿ ਪੜ੍ਹ ਕੇ ਮੈਨੂੰ ਤਾਂ ਇਹ ਕਹਿੰਦੇ ਸੀਗੇ ਕਿ ਜਿਸ ਤਰ੍ਹਾਂ ਜਿੰਨਾ ਮੈਂ ਬਹੁਤ ਨਲਾਇਕ ਸੀ, ਤੇ ਕਹਿੰਦੇ ਵੀ ਚਲੋ ਹੋਰ ਨਹੀਂ ਟਿਊਸ਼ਨ ਹੀ ਰੱਖ ਲਈ 4 ਜਵਾਕਾਂ ਦੀ, ਹੈ ਨਾ, ਵੱਡਾ ਹੋ ਕੇ। ਸੋ ਉਹ ਫਿਰ ਪੜ੍ਹਾਈ 'ਚ, ਪਰ ਮੈਂ ਫੇਲ ਨਹੀਂ ਹੋਇਆ ਕਦੇ। ਮਤਲਬ 30% ਜਾਂ 40? ਮੇਰੇ ਗਾਉਣ ਕਰਕੇ ਮੈਂ ਤਾਂ 20% ਹੁੰਦਾ ਸੀ, ਤਾਂ ਮੇਰੇ ਟੀਚਰ 30 ਤੱਕ ਲੈ ਜਾਂਦੇ ਸੀ। ਚੱਲ ਯਾਰ, ਇਹ ਰੁਕ ਨਾ ਜਾਵੇ ਇਹਦੀ ਗੱਡੀ, ਵੀ ਇਹ ਚੱਲਦਾ ਰਹੇ ਤਾਂ ਕਿਤੇ ਨਾ ਕਿਤੇ ਜਾ ਕੇ ਕੁਝ ਟਿਕਾਣੇ ਲੱਗੂਗਾ। ਤੇ ਪਰ ਇਹਦੀ ਜਰਨੀ ਰੋਕ ਨਾ ਦਈਏ। ਫਿਰ ਟੀਚਰਾਂ ਨੂੰ ਪਤਾ ਸੀ, ਕਿਉਂਕਿ ਉਹ ਪੜ੍ਹੇ ਲਿਖੇ ਬਾਹਰ ਨਿਕਲੇ, ਪਤਾ ਹੁੰਦਾ ਨਾ, ਘਰ ਦੇ ਪੇਰੈਂਟਸ ਇੰਨੇ ਨਹੀਂ ਸੀਗੇ ਮਤਲਬ ਓਪਨ। ਸੋ ਇਹ ਕਾਰਨ ਸੀਗੇ। ਓਕੇ, ਸੋ ਫਿਰ ਗਾਇਕੀ ਵਿੱਚ ਆਉਣ ਦੇ ਕਿਸ ਤਰ੍ਹਾਂ ਸਬਬ ਬਣੇ? ਕਿਸ ਤਰ੍ਹਾਂ ਪਹਿਲਾ ਜਿਹੜਾ ਤੁਹਾਡਾ ਗੀਤ ਹੈ ਸੋਫੀਆ ਉਹ ਬਣਿਆ, ਔਰ ਜੀਐਸਐਲ ਨਾਲ, ਹੈ ਨਾ, ਉਹ ਗੀਤ ਸੀਗਾ, ਸੋ ਕਿਸ ਤਰ੍ਹਾਂ ਹੋਇਆ?
ਸੋ ਉਹ ਜਦੋਂ ਮੈਂ ਕਾਲਜ ਪਾਸ ਆਊਟ ਕੀਤਾ ਜੀ, ਤੇ ਮੇਰਾ ਇੱਕ ਜ਼ਿੱਦ ਜੀ ਸੀਗੀ ਕਿ ਮੈਂ ਵਾਪਸ ਘਰ ਨਹੀਂ ਜਾਣਾ, ਘਰ ਉੱਦਾਂ ਜਾਣਾ ਮਤਲਬ ਇੱਕ ਪੱਕਾ ਹੁੰਦਾ ਨਾ ਕਿ ਵੀ ਆਪਾਂ ਹੋਸਟਲ 'ਚ ਆਪਣਾ ਬਿਸਤਰਾ ਚੱਕ ਕੇ ਘਰੇ ਲੈ ਗਏ। ਸੋ ਉਹ ਪੂਰਾ ਵੀ ਹੋਇਆ ਚੀਜ਼ ਕਿ ਮੈਂ ਉਵੇਂ ਨਹੀਂ ਗਿਆ। ਮੈਂ ਜਦੋਂ ਕੁਛ ਨਾ ਕੁਛ ਕਰ ਲਿਆ, ਕੁਛ ਨਾ ਕੁਛ ਖੱਟ ਲਿਆ, ਸੋ ਉਦੋਂ ਮੈਂ ਗਿਆ। ਸੋ ਮੈਨੂੰ ਬੜੀ ਤ੍ਰਿਪਤੀ ਹੋਈ। ਜਾਂਦੇ ਜਾਂਦੇ ਸਾਡੇ ਪਿੰਡ ਦੇ ਨਾ ਬਾਹਰ ਹੀ ਗੁਰਦੁਆਰਾ ਸਾਹਿਬ ਪੈਂਦਾ, ਜਦੋਂ ਮੈਂ ਜਾਣਾ ਮਤਲਬ ਕਦੇ ਮੈਂ ਕਿਸੇ ਨਾਲ ਬਹਿ ਕੇ ਜਾਣਾ, ਕਦੇ ਕਿੱਦਾਂ ਨਾ, ਕਦੇ ਬੱਸ 'ਤੇ, ਤਾਂ ਮੇਰੀ ਬੜੀ ਉਹ ਹੋਣਾ ਯਾਰ ਵੀ ਮੈਂ ਇਸ ਵਾਰ ਹਰ ਮਹੀਨੇ ਜਦੋਂ ਪਿੰਡ ਜਾਣਾ ਕਾਲਜ ਤੋਂ, ਯਾਰ ਮੈਂ ਇਸ ਵਾਰੀ ਫੇਰ ਇੱਦਾਂ ਹੀ ਆ ਗਿਆ, ਮੈਂ ਫੇਰ ਐਂ ਜਾ ਰਿਹਾ ਵੀ ਇੱਕ ਦਿਨ। ਪਰ ਜਦੋਂ ਉਹ ਦਿਨ ਆਇਆ, ਇੱਕ ਦਿਨ ਕੁਛ ਨਾ ਕੁਛ ਖੱਟ ਲਿਆ, ਤੇ ਉਹਦੇ ਫਿਰ ਮੈਂ ਰੁਕ ਕੇ ਮਤਲਬ ਕਿਹਾ, ਮੈਂ ਕਿਹਾ ਵੀ ਹਾਂ ਵਾਕਈ ਜੋ ਇੱਕ ਚੀਜ਼ ਤੁਸੀਂ ਵਾਰ-ਵਾਰ ਉਹ ਕਰਦੇ ਰਹੋ ਨਾ, ਉਹ ਆਪਣੇ ਆਪ ਉਸ ਤਰ੍ਹਾਂ ਹਾਲਾਤ ਮਾਹੌਲ ਬਣ ਜਾਂਦਾ, ਤੁਸੀਂ ਉਹ ਖੱਟ ਲੈਣਾ। ਸੋ ਉੱਦਾਂ ਕਾਲਜ 'ਚੋਂ ਪਾਸ ਆਊਟ ਹੋਏ, ਯੂਨੀਵਰਸਿਟੀ ਮੇਰੇ ਮਿੱਤਰ ਸੀਗੇ, ਤੇ ਮੈਂ ਕਿਹਾ ਮੈਂ ਪਿੰਡ ਜਾਣਾ ਨਹੀਂ ਇੱਦਾਂ ਚਾਹੁੰਦਾ, ਪੰਜਾਬ ਯੂਨੀਵਰਸਿਟੀ। ਉਹ ਕਹਿੰਦੇ ਸਾਡੇ ਕੋਲ ਚੋਰੀਓਂ ਰਹਿ ਲਈ ਹੋਸਟਲ 'ਚ। ਸੋ ਉੱਥੇ ਰਹਿਣ ਲੱਗ ਗਿਆ। ਸੋ ਉੱਥੇ ਕੁਛ ਮਿੱਤਰ ਸੱਜਣ ਮਿਲੇ, ਸੋ ਉਹਨਾਂ ਨੇ ਅੱਗੇ ਕਹਿੰਦੇ ਵੀ ਗਾਣਾ ਤੂੰ ਗਾ ਲੈਣਾ, ਗਾਣਾ ਲੱਭ। ਮੈਂ ਕਿਹਾ ਯਾਰ ਵੀ ਮੈਂ ਤਾਂ ਚੋਰੀ ਤੁਹਾਡੇ ਕੋਲ ਰਹਿ ਰਿਹਾ, ਮੈਂ ਤਾਂ ਪੈਸੇ ਨਹੀਂ ਹੈਗੇ, ਗਾਣਾ ਕਿੱਥੋਂ ਲੱਭੀ। ਤੇ ਉਹਨਾਂ ਨੇ ਇਕੱਠੇ ਗੁੱਠੇ ਕਰ ਕੁਰ ਕੇ ਫਿਰ ਅਸੀਂ ਗਾਣਾ ਲੱਭਿਆ। ਤੇ ਫਿਰ ਉਦੋਂ JSL ਭਾਜੀ ਹੈ ਨਾ ਹੈਗੇ, ਉਹਨਾਂ ਦਾ ਬੜਾ ਅੱਛਾ, ਤੇ ਉਹਨਾਂ ਨਾਲ ਮਿਊਜ਼ਿਕ ਕੀਤਾ। ਸੋ ਉਦੋਂ ਬੜਾ ਗਾਣਾ ਹਿੱਟ ਹੋਇਆ ਸੀ ਨਿੰਜਾ ਹੋਰਾਂ ਦਾ, ਪਿੰਡਾਂ ਵਾਲੇ ਜੱਟ ਮੁੜ ਗਏ। ਸੋ ਸਾਨੂੰ ਬੜਾ ਵਧੀਆ ਲੱਗਿਆ। ਮੈਂ ਕਿਹਾ ਯਾਰ ਵੀ ਆਪਾਂ ਇਹਨਾਂ ਨਾਲ ਕਰਦੇ ਹਾਂ ਗਾਣਾ। ਸੋ ਉਹ ਗਾਣਾ ਕਰਿਆ, ਤੇ ਉਹ ਕਰਦੇ ਫਿਰ ਉੱਥੋਂ ਪ੍ਰੋਫੈਸ਼ਨਲ ਇੰਡਸਟਰੀ 'ਚ ਚੀਜ਼ਾਂ ਪਤਾ ਲੱਗਣ ਲੱਗ ਗਈਆਂ। ਸੋ ਉਹ ਹੌਲੀ ਹੌਲੀ ਫਿਰ ਹੁਣ ਕਾਫੀ ਚੀਜ਼ਾਂ, ਪਰ ਹਜੇ ਬਹੁਤ ਪਿਛਲੀ ਲੈਣ ਦੇ ਪਿਛਲੇ ਪਾਸੇ ਆ ਗਏ, ਪਰ ਕਾਫੀ ਚੀਜ਼ਾਂ ਹੁਣ ਪਤਾ ਲੱਗੀਆਂ ਤੇ ਹੋਰ ਲੱਗ ਰਹੀਆਂ। ਸੋ ਜਰਨੀ ਠੀਕ ਚੱਲ ਰਹੀ ਹੈ ਜੀ। ਜਿਹੜੇ ਦੋਸਤਾਂ ਨੇ ਤੁਹਾਡਾ ਸਾਥ ਦਿੱਤਾ ਹੈ ਨਾ ਸ਼ੁਰੂ ਤੋਂ ਹੀ, ਜਿਨ੍ਹਾਂ ਨੇ ਚੋਰੀ ਤੁਹਾਨੂੰ ਆਪਣੇ ਹੋਸਟਲ ਵਿੱਚ ਰੱਖਿਆ ਵੀ, ਹੁਣ ਵੀ ਉਹਨਾਂ ਨਾਲ ਰਾਬਤਾ ਕਾਇਮ ਹੈ? ਬਹੁਤ ਜ਼ਿਆਦਾ। ਕਦੇ ਕਦੇ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਕਰਦਾ ਵੀ ਆ ਉੱਦਾਂ ਸਾਰਾ ਕੁਝ, ਮਤਲਬ ਫੋਨ ਬੰਦ ਕਰਕੇ ਛੱਡ ਕੇ, ਜਿੰਨਾਂ ਨੇ ਵੀ ਕੁਛ ਮਿੱਤਰ ਨੇ ਜਿਨ੍ਹਾਂ ਕੋਲ ਜਾ ਕੇ ਉੱਦਾਂ ਉਹਨਾਂ ਨੂੰ ਕਹਿੰਦਾ ਵੀ ਕੋਈ ਕੰਮ ਦੀ ਗੱਲ ਨਹੀਂ, ਕੋਈ ਲੈਣ ਦੇਣ ਨਹੀਂ, ਵੀ ਕਿਤੇ ਚੱਲਦੇ ਆਂ ਵੀ ਘੁੰਮਣ ਫਿਰਨ, ਤੇ ਉਹਨਾਂ ਨੂੰ ਵੈਸੇ ਹੀ ਮਿਲਣ ਜਾਣ ਦਾ ਦਿਲ ਕਰਦਾ, ਤੇ ਉਹ ਫਿਰ ਮੈਂ ਕਰਦਾ। ਕਦੇ ਕਦੇ ਹੁੰਦਾ ਸਾਰਾ ਕੁਝ ਬੰਦ ਕਰਕੇ ਫੋਨ ਉਹ ਵੀ ਇਕੱਲੇ ਹੀ ਗੱਡੀ ਲੈ ਕੇ ਉਹਨਾਂ ਪਰਾਂ ਕਿਤੇ ਨਿਕਲ ਜਾ, ਵੀ ਕੁਛ ਨਾ ਹੋਵੇ। ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਹੁੰਦਾ ਜਾ ਰਿਹਾ ਸਿਸਟਮ, ਤੇ ਫਿਰ ਉਹ ਉਹਨਾਂ ਲਿਖਣ ਵਾਲਾ ਹੋਰ ਡੂੰਘਾ ਹੁੰਦਾ ਜਾ ਰਿਹਾ, ਤੇ ਪੋਲਿਸ਼ਿੰਗ ਹੁੰਦੀ ਜਾ ਰਹੀ, ਤੇ ਮੈਨੂੰ ਫਿਰ ਰਸ ਮਿਲਦਾ, ਤੇ ਫਿਰ ਮੈਂ ਉੱਧਰ ਨੂੰ ਜ਼ਿਆਦਾ ਇਨ ਟੱਚ ਰੱਖਦਾ ਆਪਣੇ ਆਪ ਨੂੰ। ਲਿਖਣ ਦਾ ਸ਼ੌਕ ਕਿਵੇਂ ਪਿਆ ਫਿਰ? ਜਦੋਂ ਮੈਂ ਯੂਨੀਵਰਸਿਟੀ ਗਿਆ ਨਾ, ਚੋਰੀਓਂ ਹੋਸਟਲ 'ਚ ਰਿਹਾ, ਸੋ ਮੈਂ ਕਿਹਾ ਯਾਰ ਵੀ ਹੁਣ ਕੁਝ ਕਰਨ ਨੂੰ ਹੈ ਤਾਂ ਹੈ ਨਹੀਂ, ਕਿਉਂਕਿ ਮੈਂ ਸੋਚਿਆ, ਮੈਂ ਕਿਹਾ ਯਾਰ ਉੱਥੇ ਮੇਰੀ ਕਿਸ ਤਰੀਕੇ ਕਰਕੇ ਐਡਮਿਸ਼ਨ ਕਰਾ ਦਿਓ ਮੇਰੀ ਮਿਊਜ਼ਿਕ ਡਿਪਾਰਟਮੈਂਟ 'ਚ। ਸੋ ਮਿਊਜ਼ਿਕ 'ਚ ਹੋ ਨਹੀਂ ਸਕਦੀ ਸੀ, ਕਿਉਂਕਿ ਮੈਂ ਗ੍ਰੈਜੂਏਟ ਜਿਹੜੀ ਸੀਗੀ ਉਹ ਮਿਊਜ਼ਿਕ 'ਚ ਨਹੀਂ ਸੀਗਾ। ਹਾਂਜੀ। ਸੋ ਉਹ ਕਹਿੰਦੇ ਉੱਥੇ ਹੋ ਨਹੀਂ ਸਕਦੀ, ਤੇ ਫਿਰ ਕਹਿੰਦੇ ਪਾਰਟ ਟਾਈਮ ਵੀ ਤੂੰ ਲਾਇਬ੍ਰੇਰੀ 'ਚ ਉੱਦਾਂ ਚਲੇ ਜਾਇਆ ਕਰ, ਕਿਤਾਬ ਪੜ੍ਹ ਲੈ, ਜਾਂ ਕੋਈ ਮਿਊਜ਼ਿਕ ਵਾਲਾ ਕੋਈ ਸਟੂਡੈਂਟ ਆ ਉਹਦੇ ਕੋਲ ਚਲਾ ਗਿਆ, ਜਾਂ ਕੁਛ ਤਾਂ ਕਰ, ਜਿਵੇਂ ਹੁੰਦਾ ਨਾ ਵੀ ਕੁਛ ਕਰਨ ਹੋਏਗਾ, ਬੰਦਾ ਕਹਿੰਦਾ ਐਟਲੀਸਟ ਕੁਛ ਨਹੀਂ ਹੈਗਾ ਤਾਂ ਹੱਥ ਪੈਰ ਮਾਰੋ, ਕੁਛ ਤਾਂ ਹੱਥ ਲੱਗ ਟਰਾਈ ਕਰੋ। ਸੋ ਉਹ ਕਰਦੇ ਰਹੇ, ਤੇ ਉੱਥੇ ਨਾ ਬਲਵੰਤ ਗਾਰਗੀ ਹੋਰਾਂ ਦੇ ਨਾਵਲ ਪੜ੍ਹਨ ਦਾ ਉਹ ਮਿਲਿਆ ਵੀ ਉਹ ਪੜ੍ਹੋ। ਸੋ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਅੰਦਰ ਬੀਜ ਸੀਗਾ। ਸੋ ਜਦੋਂ ਉਹਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਣ ਲੱਗਿਆ ਨਾ, ਸੋ ਮੈਂ ਪੜ੍ਹਦਾ ਗਿਆ, ਤੇ ਉੱਥੇ ਲਿਖਿਆ ਹੋਇਆ ਕਰੇ ਤੂੰ ਇਹ ਕਰਦੀ ਨਹੀਂ, ਮਰਦੀ ਨਹੀਂ, ਪਾਣੀ ਭਰਦੀ ਨਹੀਂ, ਮੈਨੂੰ ਮਤਲਬ ਕੁਛ ਲੱਗਿਆ, ਮਤਲਬ ਵੀ ਅਟੈਚ ਮੈਨੂੰ ਮਤਲਬ ਹੁੰਦਾ ਨਾ ਕਿ ਹਾਂ ਅੰਦਰ ਪਤਾ ਲੱਗ ਗਿਆ ਵੀ ਕੁਛ ਹੈ। ਸੋ ਉਹ ਉਹਨਾਂ ਨੇ ਕਿਹਾ ਕਿ ਚਲੋ ਥੀਏਟਰ ਦਾ ਤੁਸੀਂ ਟੈਸਟ ਦੇ ਦਿਓ, ਵੀ ਤੁਹਾਨੂੰ ਉਹਦੇ ਲਈ ਯਾਦ ਕਰਨੇ ਪੈਣਗੇ, ਯਾਦ ਕਰਨ ਲਈ ਕਹਿੰਦੇ ਲਿਖ ਯਾਦ ਕਰਦੇ ਆ। ਸੋ ਉਹੀ ਚੀਜ਼ਾਂ ਹੀ 7-8 ਵਾਰ ਉਹਨਾਂ ਨੂੰ ਲਿਖਣੀਆਂ ਪੈਣੀਆਂ ਸੀਗੀਆਂ। ਸੋ ਅਸੀਂ ਲਿਖੀਆਂ, ਉਹ ਦਿਮਾਗ 'ਚ ਚੜ੍ਹ ਗਈਆਂ, ਤੇ ਫਿਰ ਕੀ ਹੋਇਆ, ਉਹ ਸਾਰੀਆਂ ਜਿਹੜੇ ਲੈਣਾ ਸੀ ਉਹਦੇ ਨਾਲ ਦੀਆਂ ਲੈਣਾ ਹੋਰ ਆਉਣ ਲੱਗ, ਅਸੀਂ ਰੋਟੀ ਖਾਣ ਜਾਈਏ ਤੇ ਉੱਥੇ ਹੋਰ ਊਂ ਹੀ ਜੋੜੀ ਜਾਈਏ। ਸੋ ਕਰਦੇ ਫਿਰ ਉਹ ਲਿਖਣ ਲੱਗ ਗਏ ਸਾਰਾ, ਤੇ ਫਿਰ ਉਹ ਪੋਲਿਸ਼ ਹੁੰਦਾ। ਸੋ ਲਿਖਣ ਨਾਲ ਚੱਲਦਾ। ਔਰ ਅਸੀਂ ਅੱਜ ਕੱਲ ਤੁਹਾਡੇ ਗਾਣੇ ਸੁਣਦੇ ਆ ਲਿਖੇ ਹੋਏ ਹੈ। ਜੈਸਮਿਨ ਸੈਂਡਲਸ ਉਹਨਾਂ ਨਾਲ ਕਿਸ ਤਰ੍ਹਾਂ ਸਬਬ ਬਣਿਆ ਮਿਲਣ ਦਾ, ਕਿਸ ਤਰ੍ਹਾਂ ਕੰਮ ਕਰਨ ਦਾ ਜਿਹੜਾ ਹੈ ਬੌਂਡ ਬਣਿਆ ਤੁਹਾਡਾ? ਹਾਂਜੀ। ਜਿਹੜਾ ਗਾਣਾ ਸੀਗਾ ਸਾਡਾ ਪੱਟ ਲੈ ਗਿਆ, ਅਸਲ 'ਚ ਜਦੋਂ ਮੈਂ ਨਵਾਂ ਲਿਖਣ ਲੱਗਾ ਸੀ ਉਦੋਂ ਮੈਂ ਬਣਾਇਆ ਸੀਗਾ। ਓਕੇ। ਸੋ ਮੈਨੂੰ ਆਬਜ਼ਰਵੇਸ਼ਨ ਬੜੀ, ਇਹ ਹੈ ਟਾਈਮ 2015 ਐਂਡ ਰੌਂਡ ਦਾ। ਸੋ ਮਤਲਬ ਆਬਜ਼ਰਵ ਕਰਕੇ, ਜਿਵੇਂ ਮੰਨ ਲਓ ਉਹ ਪਲੇਟ ਪਈ ਆ, ਹਨਾ, ਸੋ ਤੁਹਾਨੂੰ ਰਾਈਮਿੰਗ ਦੀ ਨੌਲੇਜ ਹੋਣੀ ਚਾਹੀਦੀ ਹੈ, ਹਨਾ, ਵੀ ਕਿੱਦਾਂ ਕਾਫੀ ਹੈ, ਕਿੰਨਾ ਲਾਈਨਾਂ ਜੁੜਦੀਆਂ, ਹਾਂ ਮਤਲਬ ਉਹਦੀ ਸੈਂਸ ਵੀ ਹੋਵੇ ਕੋਈ। ਜਿਹੜੀਆਂ ਪੜ੍ਹ ਕੇ ਮੈਂ ਚੀਜ਼ਾਂ ਸਿੱਖੀਆਂ, ਜਾਂ ਕਈ ਦਿਗਜ ਬੰਦੇ ਤੋਂ ਮੈਂ ਫਿਰ ਬਾਅਦ ਜਾਣ ਲੱਗਾ, ਹੁਣ ਵੀ ਮਿਲਦਾ ਕਈ ਸੀਨੀਅਰ ਰਾਈਟਰਾਂ ਨੂੰ, ਤੋਂ ਉਹਨਾਂ ਤੋਂ ਸਿੱਖਦਾ ਰਹਿਣਾ, ਤੇ ਉਹ ਕਰਨ ਲੱਗੇ, ਤੇ ਮੈਂ ਕੋਈ ਚੀਜ਼ਾਂ ਆਬਜ਼ਰਵ ਕੀਤੀਆਂ। ਸੋ ਕਿਸੇ ਕਪਲ ਦਾ ਸੀਗਾ, ਤੇ ਮੈਨੂੰ ਬੜਾ ਵਧੀਆ ਲੱਗਿਆ। ਮੈਂ ਕਿਹਾ ਯਾਰ ਇਹਨੂੰ ਗਾਣੇ 'ਚ ਲੈ ਕੇ ਆਉਣਾ। ਪਤਾ ਨਹੀਂ ਉਸ ਤਰ੍ਹਾਂ ਹੀ ਕਿਤਾਬਾਂ ਪੜ੍ਹਨ ਕਰਕੇ, ਨਾਵਲ ਪੜ੍ਹਨ ਕਰਕੇ, ਸੋ ਮੈਨੂੰ ਇਹ ਸੀਗਾ ਮੈਂ ਕੋਈ ਇੰਗਲਿਸ਼ ਦਾ ਲਫ਼ਜ਼ ਨਾ ਪਾਵਾਂ, ਹਾਲਾਂਕਿ ਉਹ ਗਲਤ ਨਹੀਂ ਆ, ਕੋਈ ਵੀ ਜਿੱਥੇ ਨਹੀਂ ਫਿੱਟ ਆਉਂਦਾ ਉਹ ਸੈਂਸ ਸੇਮ ਨਿਕਲਣੀ ਚਾਹੀਦੀ, ਕੋਈ ਵੀ ਵਰਤ ਸਕਦਾ ਇੰਗਲਿਸ਼ ਦਾ। ਕੋਈ ਪਹਿਲਾਂ ਫਾਰਸੀ ਵਰਤਦੇ ਸੀਗੇ, ਉਰਦੂ ਦੇ ਲਫ਼ਜ਼ ਹੁੰਦੇ ਸੀ ਕਿੰਨੇ,
ਹਨਾ। ਸੋ ਹੁਣ ਇੰਗਲਿਸ਼ ਦੇ ਹੋ ਜਾਂਦੇ ਆ, ਕੋਈ ਗਲਤ ਨਹੀਂ ਹੈ। ਸੋ ਮੈਨੂੰ ਐਸੀ, ਪਰ ਮੈਂ ਕਿਹਾ ਪੰਜਾਬੀ ਗਾਣਾ ਮੈਂ ਪੰਜਾਬੀ 'ਚ ਲਿਖਾਂ ਪੂਰਾ। ਸੋ ਮੈਂ ਉਸ ਤਰ੍ਹਾਂ ਦੇ ਵਰਡਿੰਗ 'ਚ ਫਿਰ ਮੈਂ ਉਹ ਗਾਣਾ ਉਹ ਪਰੋਇਆ। ਸੋ ਉਸ ਤੋਂ ਬਾਅਦ ਫਿਰ ਅਸੀਂ ਡੰਮੀ ਬਣਾ ਲਈ ਉਹਦੀ ਮੇਰੀ ਆਵਾਜ਼ 'ਚ। ਸੋ ਮੈਂ ਆਪ ਗਾ ਲੈਂਦਾ ਸੀ। ਮੈਂ ਕਿਹਾ ਯਾਰ ਬੜਾ ਵਧੀਆ ਬਣਿਆ, ਲੇਕਿਨ ਜਿਹਨੂੰ ਵੀ ਸੁਣਾਈਏ ਤੇ ਨਾਲ ਦੇ ਮਿੱਤਰਾਂ ਨੂੰ ਮੈਂ ਕਿਹਾ ਕੋਈ ਗਾਣਾ ਬਣਿਆ ਡੰਮੀ ਬਣਾਈ ਆ, ਉਹ ਕਹਿੰਦੇ ਯਾਰ ਇਹ ਕਿਸ ਤਰ੍ਹਾਂ ਦਾ ਗਾਣਾ ਹਨਾ, ਵੀ ਅੱਜ ਕੱਲ੍ਹ ਤਾਂ ਆਹ ਚੱਲਦਾ ਜਾਂ ਚੱਕਵਾਂ ਚੱਲਦਾ ਜਾਂ ਉਹ ਚੱਲਦਾ, ਵੀ ਇਹਨੂੰ ਕੌਣ ਗਾਊਗਾ, ਵੀ ਇਹ ਤਾਂ ਪੁਰਾਣੇ 90s ਦੇ ਵੇਲੇ ਦਾ ਲੱਗਦਾ। ਮੈਂ ਕਿਹਾ ਯਾਰ ਉਹ ਚੀਜ਼ਾਂ ਪੁਰਾਣੀਆਂ ਨਹੀਂ ਹੋ ਸਕਦੀਆਂ, ਪੁਰਾਣੀ ਚੀਜ਼ ਦਾ ਵੈਸੇ ਹੀ ਪਾਸਟ ਆਪਾਂ ਨੂੰ ਚੰਗਾ ਲੱਗਦਾ, ਉਹਦੀ ਗੱਲ ਸੁਣਨੀ ਕਰਨਾ। ਸੋ ਮੈਂ ਕਿਹਾ ਕੁਛ ਨਾ ਕੁਛ ਹੈ ਗਾਣੇ 'ਚ। ਸੋ ਕਰਦੇ ਕਰਦੇ ਮੈਂ ਬਿਨਾਂ ਕੁਛ ਸੋਚੇ ਸਮਝੇ ਜੈਸਮੀਨ ਸੈਂਡਲਸ ਹੋਰਾਂ ਦੇ ਇੰਸਟਾਗ੍ਰਾਮ ਤੇ ਗਿਆ। ਸੋ ਉੱਥੋਂ ਜਿਹੜਾ ਵੀ ਨੰਬਰ ਮਿਲਿਆ ਉਹਨਾਂ ਦੇ ਮੈਨੇਜਮੈਂਟ ਦਾ, ਉੱਥੇ ਫੋਨ ਕਰਕੇ ਉਹਦੇ ਕਹਿੰਦੇ ਮੇਲ ਆਈਡੀ ਦਿੱਤੀ। ਦੇਖੋ ਕਮਾਲ ਦੀ ਗੱਲ, ਮੈਂ ਬਾਅਦ 'ਚ ਉਹਨਾਂ ਹੁਣ ਮੈਂ ਉਹਨਾਂ ਨਾਲ ਡਿਸਕਸ ਕੀਤੀ। ਅਸੀਂ ਚੁੰਨੀ ਬਲੈਕ ਦੇ ਸ਼ੂਟ 'ਤੇ ਸੀਗੇ ਰਾਜਸਥਾਨ। ਮੈਂ ਕਿਹਾ ਵੀ ਕਹਿੰਦੇ ਵੀ ਕਿੱਦਾਂ ਕੀ ਸੋਚਿਆ ਸੀਗਾ ਪਹਿਲਾਂ, ਕਿਉਂਕਿ ਉਦੋਂ ਤੱਕ ਸਾਡਾ ਵਧੀਆ ਰਿਲੇਸ਼ਨ ਉਹ ਹੋ ਗਿਆ ਸੀਗਾ। ਮੈਂ ਕਿਹਾ ਮੈਂ ਨਹੀਂ ਸੋਚਿਆ ਸੀਗਾ। ਕਹਿੰਦੇ ਸਾਨੂੰ ਡੇਲੀ ਦੀਆਂ ਹਜ਼ਾਰਾਂ ਮੇਲਸ ਆਉਂਦੀਆਂ, ਹਜ਼ਾਰਾਂ ਗਾਣੇ ਆਉਂਦੇ ਆ। ਪਤਾ ਨਹੀਂ ਕਿਉਂ ਇਹ ਗਾਣਾ ਜਦੋਂ ਅਸੀਂ ਭੇਜਿਆ ਤੇ ਉਹਨਾਂ ਨੇ ਸੁਣਿਆ ਤੇ ਇੱਕ ਸੁਣ ਤੋਂ ਕਿਹਾ ਵੀ ਦੁਬਾਰੇ ਲਾ। ਸੋ ਮੈਨੂੰ ਯਕੀਨ ਸੀ ਕਿ ਵੀ ਅਗਰ ਜੇ ਇੱਕ ਵਾਰ ਸੁਣ ਲਿਆ, ਜੇ ਕਹਿਤਾ ਕਿਸੇ ਨੇ ਵੀ ਇਹ ਤਾਂ ਗਾਣਾ ਦੁਬਾਰੇ ਲਾਓ, ਵੀ ਦੁਬਾਰੇ ਜੇ ਕਹਿਤਾ ਦੈਟ ਮੀਨਸ ਉਹ ਗਾਣਾ ਫਿਰ ਉਹ ਅੱਗੇ ਨਹੀਂ ਕੱਢ ਪਾਉਣਗੇ। ਮੈਂ ਹੁਣ ਵੀ ਮੇਰੀ ਕੋਸ਼ਿਸ਼ ਹੁੰਦੀ ਜੋ ਵੀ ਗਾਣਾ ਲਿਖਿਆ ਜਿਹੜਾ ਇੱਕ ਵਾਰ ਸੁਣ ਲਓ ਤਾਂ ਜਿਹੜੇ ਕਹਿੰਦੇ ਕਹਿੰਦੇ ਦੁਬਾਰੇ ਲਾ ਯਾਰ, ਦੈਟ ਮੀਨਸ ਉਹ ਗਾਣੇ ਜੋ ਮੈਂ ਲਿਖਦਾ ਜਾਂ ਦੁਬਾਰੇ ਪੜ੍ਹਨ ਦਾ ਦਿਲ ਕਰਦਾ ਵੀ ਇਹ 'ਚ ਕੁਛ ਹੈਗਾ। ਫਿਰ ਉਹਨਾਂ ਨੂੰ ਚੰਗਾ ਲੱਗਿਆ। ਫਿਰ ਉਦੋਂ ਬੰਬੇ ਸੀਗੇ ਉਸ ਟਾਈਮ। ਸੋ ਮੋਹਾਲੀ ਆਏ, ਸੋ ਮਿਲੇ, ਉਸ ਤੋਂ ਜਰਨੀ ਸਟਾਰਟ ਹੋ ਗਈ। ਸੋ ਮੈਂ ਅੱਜ ਦੀ ਡੇਟ 'ਚ ਜੈਸਮੀਨ ਸੈਂਡਲਸ ਹੋਰਾਂ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਉੱਚਾ ਸਥਾਨ ਆ ਤੇ ਮੈਂ ਰੱਬ ਵਾਂਗੂ ਸਜਦਾ ਕਰਦਾ ਉਹਨਾਂ ਨੂੰ, ਕਿਉਂਕਿ ਬੜੇ ਆਰਟਿਸਟਾਂ ਨੂੰ ਮਿਲਦਾ ਸੀਗਾ ਪਹਿਲਾਂ ਵੀ ਤੇ ਲੇਕਿਨ ਕਿਸੇ ਨੇ ਇੰਨਾ ਕੁਛ ਉਹ ਨਹੀਂ ਕੀਤਾ ਜਿੰਨਾ ਉਹਨਾਂ ਨੇ ਕੀਤਾ, ਜਿਸ ਤਰ੍ਹਾਂ ਉਹਨਾਂ ਸੁਭਾਅ। ਅੱਛਾ, ਇੰਡਸਟਰੀ ਵਿੱਚ ਤੁਸੀਂ ਐਂਟਰ ਕੀਤੇ, ਕਿਸ ਤਰ੍ਹਾਂ ਦੇ ਲੋਕ ਮਿਲੇ? ਲੱਤਾਂ ਖਿੱਚਣ ਵਾਲੇ ਜ਼ਿਆਦਾ, ਆਪਣਾ ਕੰਮ ਕੱਢਣ ਵਾਲੇ। ਕਿਸੇ ਦੇ ਉਹਦੇ ਤੇ ਫੋਰ ਐਗਜ਼ਾਮਪਲ ਕੋਈ ਗੀਤ ਮਿਲਿਆ, ਕੋਈ ਲਾਈਨ ਮਿਲੀ ਵੀ ਯਾਰ ਮਤਲਬ ਮੈਂ ਗੀਤ ਸੁਣਾਤਾ ਕਿਸੇ ਨੂੰ ਤਾਂ ਜਾਂ ਤਾਂ ਰਿਕਾਰਡ ਹੋ ਗਿਆ ਵੀ ਰਿਕਾਰਡ ਦੱਬ ਲਵੇ, ਜਾਂ ਲਾਈਨ ਪਤਾ ਲੱਗ ਗਈ ਅੱਛਾ ਆਹ ਲਾਈਨ ਆ ਮੇਨ, ਆਹ ਆਈਡੀਆ ਪਿਕ ਕਰ ਲੈ। ਹਾਂ ਸੋ ਅੱਗੇ ਲਿਖਵਾ ਲਓ ਜਾਂ ਕੁਛ ਕਰ ਲਓ। ਸੋ ਉਹਨਾਂ ਚੀਜ਼ਾਂ 'ਤੇ ਫਿਰ ਮੈਂ ਰਿਐਕਟ ਨਹੀਂ ਕਰਦਾ, ਬੋਲਦਾ ਨਹੀਂ। ਮੈਂ ਕਿਹਾ ਯਾਰ ਮੈਂ ਹੁਣ ਇਹ ਚੀਜ਼ 'ਚ ਟਾਈਮ ਉਹ ਕਰਾਂਗੇ ਕਿ ਟੱਕਰਾਂ ਮਾਰਾਂਗੇ ਹੈ ਨਾ, ਵੀ ਹਜੇ ਤਾਂ ਕੈਰੀਅਰ ਦੇ ਬੜੇ ਉਹ ਦਿਨ ਨੇ ਵੀ ਹਜੇ ਤਾਂ ਸਟਾਰਟ ਕਰ ਰਹੇ ਹਾਂ ਨਾ ਤਰੀਕੇ ਨਾਲ, ਕੁਝ ਵੀ ਨਹੀਂ ਹੋਇਆ ਵੀ ਆਪਾਂ ਬਹੁਤ ਪੌੜੀਆਂ ਚੜ੍ਹਨੀਆਂ। ਹਾਂਜੀ ਹਜੇ ਤਾਂ ਪਹਿਲੀ ਵੀ ਪੈਰ ਉੱਪਰ ਰੱਖਿਆ ਹੈ ਨਾ। ਸੋ ਵੀ ਇਹਨਾਂ ਚੀਜ਼ਾਂ ਕਾਹਨੂੰ ਉਲਝਣਾਗਾ। ਸੋ ਆਪ ਹੀ ਫਿਰ ਥੋੜਾ ਪਿੱਛੇ ਹਟ ਕੇ ਚੀਜ਼ਾਂ ਦਾ ਧਿਆਨ ਰੱਖੀਦਾ। ਇਸ ਤਰ੍ਹਾਂ ਦੇ ਲੋਕ ਆ ਵੀ ਇੱਕ ਦੂਜੇ ਦੇ ਉੱਪਰ ਲਾ ਕੇ ਵੀ ਸਾਡਾ ਕੰਮ ਬਣ ਜਾਏ, ਬਸ ਜਿਵੇਂ ਮਰਜ਼ੀ ਬਣ ਜਾਏ। ਸੋ ਮੇਰੇ ਸੁਭਾਅ ਨਾਲ ਉਹ ਰਲਦਾ ਨਹੀਂ ਜੀ, ਮੈਨੂੰ ਵਧੀਆ ਲੱਗਦਾ। ਮੈਨੂੰ ਹੁੰਦਾ ਨਾ ਬਣੇ, ਪਰ ਉਹ ਭਟਕਣ ਜੀ ਲੱਗ ਜਾਂਦੀ ਕਿ ਯਾਰ ਸਕੂਨ ਨਾਲ ਮਿਹਨਤ ਦਾ ਕੁਝ ਮਿਲ ਗਈ ਤਾਂ ਉਹ 1 ਰੁਪਏ 'ਚ ਵੀ ਬਹੁਤ ਖੁਸ਼ੀ ਆ। ਜਿਸ ਤਰ੍ਹਾਂ ਹੈ ਨਾ, ਤੁਸੀਂ ਲਿਖਦੇ ਵੀ ਹੋ ਆਪ, ਤੁਸੀਂ ਗਾਉਂਦੇ ਵੀ ਹੋ ਆਪ, ਹੈ ਨਾ, ਵਧੀਆ ਗਾਉਂਦੇ ਹੋ। ਅੱਜ ਕੱਲ੍ਹ ਇੰਡਸਟਰੀ ਵਿੱਚ ਆਲਮੋਸਟ ਉਹ ਕਲਾਕਾਰ ਐਂਟਰ ਕਰ ਰਹੇ ਨੇ ਹੈ ਨਾ, ਜਿਨ੍ਹਾਂ ਨੂੰ ਲਿਖਣਾ ਵੀ ਆਉਂਦਾ ਤੇ ਜਿਨ੍ਹਾਂ ਨੂੰ ਗਾਉਣਾ ਵੀ ਆਉਂਦਾ। ਤੁਹਾਨੂੰ ਲੱਗਦਾ ਹੈ ਕਿ ਇਸ ਚੱਕਰ ਦੇ ਵਿੱਚ ਜੋ ਆਰਟਿਸਟ ਇੱਕ ਸਿੰਗਲ ਪਰਫਾਰਮਰ ਦਾ ਜਿਹੜਾ ਕੰਪੀਟੀਸ਼ਨ ਹੈ ਉਹ ਜ਼ਿਆਦਾ ਵੱਧ ਗਿਆ? ਕਹਿ ਸਕਦੇ ਵੱਧ ਗਿਆ ਜੀ, ਪਰ ਇਹ ਕੋਈ ਮਾੜੀ ਗੱਲ ਨਹੀਂ ਆ। ਨਵੀਂ ਚੀਜ਼ ਸਿੱਖਣੀ ਚਾਹੀਦੀ ਆ। ਹੁਣ ਮੈਂ ਜਿਸ ਤਰ੍ਹਾਂ ਮੈਂ ਉੱਦਾਂ ਪਲੇ ਕਰਦਾ ਸੀਗਾ, ਕਾਲਜ 'ਚ ਪਲੇਸ ਕਰਦਾ ਸੀ, ਲੇਕਿਨ ਐਕਟਿੰਗ ਵਾਲੀਆਂ ਬਰੀਕੀਆਂ ਮੈਨੂੰ ਸ਼ੌਂਕ ਸੀ, ਪਰ ਮੈਂ ਸਿੱਖ ਰਿਹਾ। ਮਤਲਬ ਜੇ ਉਹ ਕਈ ਸਿੰਗਰ ਸੁਜੈਸਟ ਕਰਦੇ ਕਿ ਇੱਥੋਂ ਆਹ ਲੈਣਾ ਐ ਕਰ ਲਓ, ਤਾਂ ਮੈਨੂੰ ਲੱਗਦਾ ਕਿ ਉਹ ਆਪ ਵੀ ਲਿਖ ਸਕਦੇ, ਹਰ ਬੰਦਾ ਲਿਖ ਸਕਦਾ, ਸਿੱਖੀ ਜਾ ਕੋਈ ਵੀ ਚੀਜ਼ ਸਿੱਖੀ ਜਾ ਸਕਦੀ ਹੈ। ਹਾਂ ਕੁਝ ਚੀਜ਼ਾਂ ਤੁਹਾਡੇ ਨਾਲ ਤੁਹਾਨੂੰ ਸੰਸਕਾਰ 'ਚ ਮਿਲਦੀਆਂ ਨੇ, ਲੇਕਿਨ ਕੁਛ ਵੀ ਸਿੱਖਿਆ ਜਾ ਸਕਦਾ। ਕੰਪੀਟੀਸ਼ਨ ਹਾਂ ਜਿਹੜੇ ਨਹੀਂ ਉਹ ਆਪ ਉਹ ਕਰਦੇ, ਡੈਫੀਨੇਟਲੀ ਵੱਧ ਗਿਆ ਜੀ ਇਸ ਚੱਕਰ ਦੇ ਵਿੱਚ। ਚਲੋ ਜਿਹੜੇ ਆਪ ਨਹੀਂ ਗਾਇਕ ਲਿਖਦੇ, ਪਰ ਇੱਕ ਚੀਜ਼ ਮੈਨੂੰ ਜਿਹੜੀ ਵਧੀਆ ਲੱਗਦੀ ਉਹ ਇਹ ਆ ਕਿ ਪਹਿਲਾਂ ਲਿਖਣ ਵਾਲੇ ਪਿੱਛੇ ਬਹੁਤ ਰਹਿ ਜਾਂਦੇ ਸੀ, ਨਾ ਤਾਂ ਪੈਸੇ ਤਰਫੋਂ ਉਹਨਾਂ ਨੂੰ ਇੰਨਾ ਉਹਨਾਂ ਦੀ ਉਹ ਮਿਲਦੀ ਸੀ ਨਾ, ਸੋ ਨਾ ਦੇ ਤਰਫੋਂ ਨਾ ਉਹ ਅੱਗੇ ਆਉਂਦੇ ਸੀ ਤੇ ਉਹ ਵਿਚਾਰੇ ਇਦਾਂ ਹੀ ਰਹਿ ਜਾਂਦੇ ਸੀ। ਹੁਣ ਜੇ ਉਹ ਆਪ ਗਾਉਣ ਲੱਗਦਾ, ਮੈਨੂੰ ਲੱਗਦਾ ਕਿ ਵਧੀਆ ਗੱਲ ਆ, ਕਿਉਂਕਿ ਲਿਖਤ ਤੁਹਾਡਾ ਆਈਡੀਆ ਖਿਆਲ ਉਹ ਹਮੇਸ਼ਾ ਵੱਡਾ ਹੁੰਦਾ ਗਾ। ਹਾਂ ਗਾਉਣ ਵਾਲੇ ਦੀ ਆਪਣੀ ਇੰਪੋਰਟੈਂਸ ਆ। ਹੁਣ ਕੋਈ ਬੀਜ ਹੈ, ਉਹਨੂੰ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਿਆ, ਪਾਣੀ ਨਹੀਂ ਮਿਲਿਆ, ਉਹ ਨਹੀਂ ਗਰੋ ਕਰ ਪਾਏਗਾ। ਗੀਤ ਉਸ ਤਰ੍ਹਾਂ ਦਾ, ਗੀਤ ਲਿਖਿਆ ਪਿਆ ਰਹਿ ਜਾਏਗਾ, ਲੇਕਿਨ ਉਹ ਬਹੁਤ ਵੱਡੀ ਮਹਾਨਤਾ ਉਹਦੀ। ਜੇ ਆਪ ਲਿਖ ਕੇ ਆਪ ਕਰਦੇ ਤਾਂ ਮੈਨੂੰ ਲੱਗਦਾ ਕਿ ਰਾਈਟਰ ਅੱਗੇ ਰਹਿਣ, ਉਹ ਜ਼ਿਆਦਾ ਵਧੀਆ ਗੱਲ ਹੈ। ਪਰ ਜੇ ਜਿੱਦਾਂ ਮਤਲਬ ਕੋਈ ਲਿਰਿਸਿਸਟ ਹੈ ਨਾ, ਉਹਨੂੰ ਗਾਉਣਾ ਨਹੀਂ ਆਉਂਦਾ, ਲੱਕਲੀ ਤੁਹਾਨੂੰ ਗਾਉਣਾ ਆਉਂਦਾ ਹੈ ਨਾ, ਤੁਸੀਂ ਗਾਉਂਦੇ ਹੋ, ਤੁਸੀਂ ਬਚਪਨ ਤੋਂ ਹੀ ਗਾਉਂਦੇ ਆਏ ਹੋ, ਚਾਹੇ ਸਿੱਖਿਆ ਨਹੀਂ ਹੈ, ਬਟ ਅਗਰ ਕਿਸੇ ਲਿਰਿਸਿਸਟ ਜੋ ਵਧੀਆ ਲਿਖਦਾ ਹੈ ਬਟ ਉਹਨੂੰ ਗਾਉਣਾ ਨਹੀਂ ਆਉਂਦਾ, ਤੇ ਉਹਦੇ ਲਈ ਇਹ ਦਿੱਕਤ ਨਹੀਂ ਹੈ ਕਿ ਅੱਜ ਕੱਲ੍ਹ ਦੇ ਬੰਦੇ ਸੋਚਦੇ ਕਿ ਉਹ 1 ਮੈਨ ਆਰਮੀ ਹੋਵੇ, ਉਹਨੂੰ ਲਿਖਣਾ ਵੀ ਆਉਂਦਾ ਹੋਵੇ ਤੇ ਉਹਨੂੰ ਗਾਉਣਾ ਵੀ ਆਉਂਦਾ ਹੋਵੇ, ਤੇ ਉਹ ਬੰਦਾ ਫਿਰ ਪਿੱਛੇ ਰਹਿ ਜਾਂਦਾ ਹੈ। ਇਹ 'ਚ ਕਈ ਗੱਲਾਂ ਮੈਨੂੰ ਲੱਗਦਾ ਕਿ ਤੁਸੀਂ ਫਿਰ ਆਪਣੇ ਜਿਹੜਾ ਕੰਮ ਹੈ, ਮੰਨ ਲਓ ਮੈਂ ਲਿਖਦਾ, ਸੋ ਉਹਦੇ 'ਚ ਤੁਸੀਂ ਇੰਨਾ ਉਹ ਪੈਦਾ ਕਰ ਦਿਓ ਕਿ ਮੰਨ ਲਓ ਮੈਂ ਤੁਹਾਨੂੰ ਕੋਈ ਲਾਈਨ ਬੋਲ ਕੇ ਸੁਣਾਈ, ਤੁਸੀਂ ਕਹੋਗੇ ਯਾਰ ਕਿਆ ਲਾਈਨ ਆ, ਅਗਲੀ ਸੁਣਾਈ ਤਾਂ ਪੂਰਾ ਗੀਤ ਗਾ ਕੇ ਨਹੀਂ, ਚਾਹੇ ਲਿਖਣ ਵਾਲਾ ਜਿਹਨੂੰ ਨਹੀਂ ਆਉਂਦਾ, ਜਿੱਦਾਂ ਤੁਸੀਂ ਕਿਹਾ
ਉਹਨੇ ਪੜ੍ਹ ਕੇ ਸੁਣਾਤਾ ਆਪਣਾ ਥਾਟ ਪੂਰਾ ਜਿਹੜਾ ਹੈਗਾ ਨਾ ਸਟੈਂਜਾ। ਤੁਸੀਂ ਕਹੋ ਯਾਰ ਗੱਲਬਾਤ ਆ, ਤੁਸੀਂ ਮਿਹਨਤ ਆਪਣੇ ਕੰਮ 'ਚ ਉਹਨੂੰ ਹੋਰ ਪੋਲਿਸ਼, ਉਹ ਤਾਂ ਸਗੋਂ ਤੁਹਾਡਾ ਆਪਣੇ ਆਪ ਨਾਲ ਕੰਪੀਟੀਸ਼ਨ ਆ, ਤੁਸੀਂ ਪੋਲਿਸ਼ ਹੋ ਰਹੇ ਹੋ। ਜੇ ਤੁਹਾਡਾ ਨਹੀਂ ਅੱਗੇ ਅਪਰੋਚ ਹੋ ਰਹੀ ਤਾਂ ਤੁਸੀਂ ਉਹ ਗੀਤ ਨੂੰ ਹੋਰ ਉਹ ਕਰੋ ਤੇ ਉਹਨੂੰ ਹੋਰ ਆਪਣੀ ਚੀਜ਼ ਨੂੰ ਇੰਨਾ ਘੈਂਟ ਬਣਾ ਦਿਓ ਕਿ ਲੋਕ ਮਜਬੂਰ ਹੋ ਜਾਣ। ਤੇ ਰਣਵੀਰ ਕੀ ਸਮਝਦੇ ਕਿ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਹੋਣ ਵਾਲਾ ਹੈ ਕਿ ਹੁਣ ਇੱਕ ਵਨ ਮੈਨ ਆਰਮੀ ਵਾਲਾ ਸਿਸਟਮ ਹੀ ਚੱਲੇਗਾ, ਜਿਹੜਾ ਗਾ ਰਿਹਾ ਉਹ ਲਿਖਦਾ ਵੀ ਖੁਦ ਹੀ ਹੋਏਗਾ, ਜਾਂ ਫਿਰ ਜਿਹੜੇ ਹੈ ਇਹ ਲਿਰਿਸਿਸਟ ਵੱਖਰੇ ਹੈ ਜਾਂ ਸਿੰਗਰ ਵੱਖਰੇ, ਉਹ ਚੀਜ਼ ਰਹਿਣ ਵਾਲੀ ਹੈ? ਨਹੀਂ ਰਹੇਗੀ ਜੀ, ਕਿਉਂਕਿ ਇਹ ਹੁਣ ਹੋਇਆਗਾ। ਉਹਦੇ ਕਈ ਕਾਰਨ ਆ ਕਿ ਹੁਣ ਗਾਇਕੀ ਸੌਖੀ ਵੀ ਹੋ ਗਈ ਜੀ। ਹੁਣ ਸੁਰਤਾਲ ਉੱਦਾਂ ਜਿਵੇਂ ਮੈਂ ਕੋਈ ਬਹੁਤ ਉਹ ਨਹੀਂ ਗਾਉਂਦਾ, ਮੈਂ ਸਿੱਧਾ ਸਿੱਧਾ ਗਾਉਣਾ, ਸੋ ਸਿੱਧਾ ਸਿੱਧਾ ਹਰੇਕ ਬੰਦਾ ਗਾ ਸਕਦਾ। ਸੁਰਤਾਲ ਦੀ ਨੌਲੇਜ ਹੈ ਕੋਈ, ਕਿਉਂਕਿ ਸੁਣਨ ਵਾਲੇ ਸਰੋਤੇ ਉਸ ਤਰ੍ਹਾਂ ਦੇ ਡੂੰਘੇ ਨਹੀਂ ਰਹੇ, ਗਾਣੇ ਛੋਟੇ ਹੋ ਗਏ, ਸਿੰਪਲ ਹੋ ਗਏ, ਸੌਖੇ ਸੌਖੇ ਹੋ ਗਏ, ਉਮਰਾਂ ਵੀ ਛੋਟੀਆਂ ਹੋ ਗਈਆਂ ਨਾ, ਸੋ ਉਹ ਵੀ ਕਰ ਸਕਦੇ ਆ। ਤੇ ਜਿਹੜੀਆਂ ਉਮਰਾਂ ਹੁਣ ਗਾਣਿਆਂ ਦੀ ਛੋਟੀਆਂ ਹੋ ਗਈਆਂ ਹੈ ਨਾ, ਔਰ ਤੁਸੀਂ ਕਿਉਂਕਿ ਲਿਖਦੇ ਵੀ ਹੋ, ਤੇ ਤੁਹਾਨੂੰ ਲੱਗਦਾ ਨਹੀਂ ਕਿ ਅੱਜ ਕੱਲ ਉਹ ਡੂੰਘੀਆਂ ਚੀਜ਼ਾਂ ਜਾਂ ਫਿਰ ਉਹ ਹਕੀਕਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸਮਾਜ ਦੀਆਂ, ਬੇਸਿਕਲੀ ਆਪਾਂ ਐਕਟਿੰਗ ਕਰਨੀ, ਆਪਾਂ ਗਾਉਣਾ ਕਿਉਂ ਸ਼ੁਰੂ ਕੀਤਾ? ਕਿ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ, ਅਸੀਂ ਉਹ ਆਪਣੀ ਨਾ ਇੱਕ ਆਵਾਜ਼ ਜਿਹੜੀ ਹੈ ਉਹ ਚੱਕ ਸਕਦੇ ਹਾਂ। ਤਾਂ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਚੀਜ਼ਾਂ ਉਹ ਕਿਤੇ ਐਂਡ ਹੋ ਚੁੱਕੀਆਂ ਹੈ, ਔਰ ਜਿਹੜਾ ਸਾਡਾ ਕਲਚਰ ਹੈ ਉਹ ਕਿਸੇ ਹੋਰ ਚੀਜ਼ ਦਾ ਜ਼ਿਆਦਾ ਇਫੈਕਟ ਹੋ ਰਿਹਾ? ਐਂਡ ਤੇ ਨਹੀਂ ਹੋਇਆ, ਬਹੁਤ ਘਟ ਗਈ, ਕਿਉਂਕਿ ਇਹ ਪਹਿਲਾ ਜਿਹੜੀ ਕੰਮ ਆ ਉਹ ਐਂਟਰਟੇਨਮੈਂਟ ਆ, ਹਨਾ, ਮਨੋਰੰਜਨ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ 99% ਹੁਣ ਮਨੋਰੰਜਨ ਜੀ ਵਾਲੀਆਂ ਚੀਜ਼ਾਂ ਰਹਿ ਗਈਆਂ। ਮੰਨ ਲਓ ਕੋਈ ਗਾਣਾ ਆਉਂਦਾ, ਉਹ ਸਿਰਫ ਐਂਟਰਟੇਨਮੈਂਟ ਰਹਿ ਗਿਆ, ਸੋ ਉਹਦੇ ਚੋਂ ਹਾਂ ਹੈ ਕਿਤੇ ਨਾ ਕਿਤੇ ਬੜੇ ਵਧੀਆ ਉਹ, ਤੇ ਲੇਕਿਨ ਬਹੁਤ ਘਟ ਗਿਆ, ਬਹੁਤ ਘੱਟ ਰਹਿ ਗਿਆ ਵੀ ਜਿਹੜੀ ਚੀਜ਼ ਅੱਗੇ ਟਰੈਵਲ ਜਾਂ ਕੁਝ ਸਮਾਜ ਲਈ ਕੁਝ ਦੱਸ ਜੂਗੀ, ਜਾਂ ਕੁਝ ਕੋਈ ਐਸੀ ਕਹਾਣੀ ਜਿਹੜੀ ਹੈ ਹਾਂ ਐਸੀ ਵੀ ਤੁਸੀਂ ਆਪਣੇ ਗੀਤ ਜ਼ਰੀਏ ਜਾਂ ਫਿਲਮ ਜ਼ਰੀਏ ਜਾਂ ਕੋਈ ਸਕ੍ਰਿਪਟ ਜਾਂ ਕਿਸੇ ਕਹਾਣੀ ਜ਼ਰੀਏ ਤੁਸੀਂ ਕੁਝ ਨਾਲ ਤਾਂ ਐਂਟਰਟੇਨਿੰਗ ਹੋ ਜੇ, ਨਾਲੇ ਕਿਸੇ ਉਹਦੇ ਤੇ ਟਿੱਪਣੀ ਹੋ ਜੇ। ਇਹ ਬਹੁਤ ਘੱਟ ਰਹਿ ਗਿਆ, ਲੇਕਿਨ ਸ਼ਾਇਦ ਇਹ ਚੀਜ਼ ਮਹਿੰਗੀ ਹੋ ਗਿਆ ਇਹ ਕੀਤਾ, ਤੇ ਜਿਹੜਾ ਪ੍ਰੋਡਿਊਸਰ ਆ ਜਾਂ ਕੁਝ ਵੀ ਉਹਨੂੰ ਇਹ ਹੁੰਦਾ ਕਿ ਪਹਿਲਾਂ ਪੂਰਾ ਐਂਟਰਟੇਨਮੈਂਟ ਹੀ ਹੋਵੇ, ਵੀ ਅਸੀਂ ਸਿੱਖਿਆ ਨਹੀਂ ਦੇਣੀ ਕਿਸੇ ਨੂੰ। ਉਹਦੇ 'ਚ ਸਾਰੀਆਂ ਚੀਜ਼ਾਂ ਦਾ ਜੀ ਕਸੂਰ ਵੀ ਹੈ ਜੀ, ਸਾਰਿਆਂ ਦਾ ਉਹ ਮਜਬੂਰੀ ਵੀ ਹੈ ਸਿੰਗਰਾਂ ਦੀ। ਸੱਚੀ ਮੈਂ ਦੇਖਿਆ ਨਹੀਂ ਇੰਨਾ ਪੈਸਾ ਲੱਖਾਂ ਰੁਪਏ ਲਾ ਕੇ ਜਿਹੜਾ ਕੁਝ ਨਹੀਂ ਬਣਦਾ। ਕਈ ਕੱਲ੍ਹ ਹੀ ਮੈਨੂੰ ਕੋਈ ਮੁੰਡਾ ਮਿਲਿਆ, ਕਹਿੰਦਾ ਯਾਰ ਵੀ 28-29 ਲੱਖ ਰੁਪਏ ਲਾਤਾ, ਹਾਂ 2-3 ਗਾਣੇ ਕਰੇ, ਲੇਕਿਨ ਕੁਝ ਨਹੀਂ ਕਰਿਆ। ਕਹਿੰਦਾ ਵੀ ਮੈਂ ਕਿਹਾ ਵੀ ਫਿਰ ਹੁਣ, ਕਹਿੰਦਾ ਹੁਣ ਤਾਂ ਜੋ ਚੱਲ ਰਿਹਾ ਫਿਰ ਉਹੀ ਕਰੂੰ, ਜੋ ਮਰਜ਼ੀ ਜਿਹੜਾ ਮਰਜ਼ੀ ਬੋਲੇ ਮੈਂ ਤਾਂ ਕਰੂੰਗਾ। ਸੋ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਸੁਣਦੇ ਹਾਂ, ਫਿਰ ਉੱਥੋਂ ਲੱਗਦਾ ਵੀ ਕਿਤੇ ਨਾ ਕਿਤੇ ਇਕੱਲਾ ਉਹਨਾਂ ਦਾ ਨਹੀਂ, ਸਾਰਿਆਂ ਦੀ ਇਹ 'ਚ ਸੁਣਨ ਵਾਲਿਆਂ ਦਾ ਵੀ ਉਹ ਆ, ਕਿਉਂਕਿ ਸੁਣਦੇ ਵੀ ਹਾਂਜੀ, ਇਕੱਲਾ ਗਾਉਣ ਵਾਲਿਆਂ ਦਾ ਨਹੀਂ, ਸੁਣਨ ਵਾਲਾ ਵੀ ਕਿਤੇ ਨਾ ਕਿਤੇ ਹੈਗਾ। ਹਾਂ ਜ਼ਿਆਦਾ ਬਣਾਉਣ ਵਾਲਿਆਂ ਦਾ ਹੋਊਗਾ, ਕਿਉਂਕਿ ਜੋ ਬਣਾਏ ਨੇ ਉਹ ਸੁਣਨਗੇ ਉਹ ਜਿਹਾ, ਪਰ ਕਿਤੇ ਨਾ ਕਿਤੇ ਉਹ ਵੀ ਹੈ। ਹੁਣ ਆਪਾਂ ਬਰਗਰ ਉਹਨਾਂ ਦੇ ਰੇਹੜੀਆਂ ਖੁੱਲ੍ਹੀਆਂ, ਸਾਰਾ ਸਿਹਤ ਲਈ ਉਹ ਤਾਂ ਠੀਕ ਨਹੀਂ ਨਾ, ਆਪਾਂ ਵੀ ਉਹ ਖਾਂਦੇ ਹਾਂ, ਤੇ ਉਹ ਹੈਗਾ ਮਾਰਕੀਟ, ਜੇ ਲੋਕ ਖਾਂਦੇ ਤਾਂ ਹੀ ਖੁੱਲ੍ਹੀਆਂ ਜੀ। ਮਤਲਬ ਜੇ ਪੈਸਾ ਉੱਥੋਂ ਆਡੀਅנס ਹੀ ਅਗਰ ਪੈਸਾ ਉੱਥੋਂ ਬਣਵਾ ਰਹੀ ਹੈ ਤਾਂ ਹੀ ਉਹ ਬਣਾ ਰਹੀ ਹੈ। ਕਮਰਸ਼ੀਅਲ ਯੁੱਗ ਹੋ ਗਿਆ, ਇਹ ਸੱਚਾਈ ਹੈ ਜੀ, ਇਹ 'ਚ ਕੋਈ ਉਹ ਨਹੀਂ। ਸੋ ਮਜਬੂਰੀ ਵੀ ਹੋ ਜਾਂਦੀ ਕਿਤੇ ਨਾ ਕਿਤੇ। ਸੋ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੈ ਨਾ, ਹਜੇ ਸ਼ਾਇਦ ਇਸ ਟਾਈਮ ਦੇ ਵਿੱਚ ਆਪਾਂ ਨਹੀਂ ਸਮਝ ਰਹੇ ਕਿ ਜੋ ਗਨ ਕਲਚਰ ਹੈ ਇਹ ਜਿਹੜਾ ਜ਼ਿਆਦਾ ਹੈ ਨਾ ਉਹ ਵਿਕ ਰਿਹਾ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿਹੜਾ ਆਰਟਿਸਟ ਹੈ ਖੁਦ ਗਾ ਵੀ ਰਿਹਾ, ਉਹਨੂੰ ਵੀ ਆਵਾਜ਼ ਲੱਗੇ ਕਿ ਮੈਂ ਕੀ ਗਾਤਾ ਹੈ ਯਾਰ, ਜਾਂ ਇਹ ਨਹੀਂ ਹੋਣਾ ਚਾਹੀਦਾ ਸੀ, ਜਾਂ ਫਿਰ ਇਹ ਪੀੜੀ ਨਹੀਂ ਹੋ ਜਾਏਗੀ ਕਿ ਕਦੀ ਸਮਝ ਨਹੀਂ ਆਏਗਾ ਉਹਨੂੰ ਕਿ ਉਹ ਕੀ ਗਾ ਚੁੱਕਿਆ, ਕੀ ਗਾ ਰਿਹਾ। ਉਮਰ ਦਾ ਵੀ ਹੁੰਦਾ ਜੀ ਥੋੜਾ, ਮਤਲਬ ਇੱਕ ਉਮਰ 'ਚ ਆਪਾਂ ਨੂੰ ਥੋੜ੍ਹੇ ਹੋਰ ਚੰਗੇ ਲੱਗਦੇ, ਜਿਹੜੇ ਹੁਣ 40-45 ਸਾਲ ਦੇ ਆ ਉਹਨਾਂ ਨੂੰ ਸਰਤਾਜ ਹੋਰਾਂ ਦੇ ਗਾਣੇ ਬੜੇ ਚੰਗੇ ਲੱਗਦੇ। ਬਹੁਤ ਘੱਟ ਮਤਲਬ ਲੋਕ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਬੜੀ ਯੰਗ ਏਜ 'ਚ ਵੀ ਚੰਗੇ ਲੱਗਣਗੇ। ਸੋ ਇਹ ਉਮਰ ਦੇ ਹਿਸਾਬ ਨਾਲ ਕਾਫੀ ਚੀਜ਼ਾਂ ਹੁੰਦੀਆਂ। ਸੋ ਮੈਨੂੰ ਨਹੀਂ ਲੱਗਦਾ, ਹਾਂ ਇਹ ਹਮੇਸ਼ਾ ਤੁਸੀਂ ਹਥਿਆਰਾਂ ਵਾਲੇ ਹੁਣ ਨਹੀਂ ਆਏ, ਸਾਡੇ ਵਿਰਸੇ 'ਚ ਵੀ ਹਥਿਆਰ ਨੇ, ਸਾਡੇ ਸੂਰਮੇ ਯੋਧੇ ਹੋਏ ਆ, ਹਾਂ, ਪਰ ਉਹ ਕਿਸੇ ਨੈਗੇਟਿਵ ਉਹ ਨਹੀਂ, ਉਹ ਤਾਂ ਸਿਰਫ ਇੱਕ ਵਾਰ ਲਈ ਪੰਪ ਅਪ ਕਰਨ ਲਈ ਸਾਡੇ ਨਾਲ ਜੁੜਿਆ ਹਥਿਆਰ, ਸਾਡੇ ਗੁਰੂਆਂ ਤੋਂ ਲੈ ਕੇ ਸ਼ਸਤਰ ਸਾਡੇ ਨਾਲ ਜੁੜਿਆ। ਇਹ 'ਚ ਕੋਈ ਗਲਤ ਨਹੀਂ ਹੈ ਕਿ ਹਥਿਆਰਾਂ ਤੇ ਆਉਂਦੇ ਆ, ਇਹ ਹਮੇਸ਼ਾ ਤੋਂ ਸੀਗੇ, ਤੇ ਇਹ ਚੇਂਜ ਹੁੰਦਾ ਰਹਿੰਦਾ, ਦੌਰ ਆ ਜੀ। ਸੋ ਇਹ ਆਪਾਂ ਨੂੰ ਪਤਾ ਕੱਲ ਨੂੰ ਕੀ ਆਉਣਾ, ਵਿੱਚ ਦੀ ਰੋਮਾਂਟਿਕ ਆ ਜਾਂਦੀ, ਵਿੱਚ ਦੀ ਸੈਡ ਸੌਂਗ ਦਾ ਯੁੱਗ ਆਇਆ ਸੀ 2000 ਕੁਛ 'ਚ, ਮਤਲਬ ਤੁਸੀਂ 2002 ਤੋਂ ਲੈ ਕੇ ਤੁਸੀਂ 8 ਤੋਂ ਪਹਿਲਾਂ ਜਦੋਂ ਤੱਕ ਮਿਸ ਪੂਜਾ ਦਾ ਦੌਰ ਨਹੀਂ ਆਇਆ ਉਸ ਤੋਂ ਪਹਿਲਾਂ ਤਾਂ ਇਹੀ ਚੱਲਦੀ ਸੀ। ਕਈ ਵਾਰ ਹੁਣ ਵੀ ਪੁਰਾਣਾ ਗਾਣਾ ਸੁਣਨ ਤੁਹਾਨੂੰ ਲੱਗੂ ਯਾਰ ਇਦਾਂ ਲੱਗਦਾ ਵੀ ਕਲਾਕਾਰ ਰੋਣ ਹੀ ਲੱਗ ਗਿਆ ਨਾ ਗਾਣੇ 'ਚ। ਸੀਰੀਅਸਲੀ ਵੀਡੀਓ ਵੀ ਉਸ ਤਰ੍ਹਾਂ ਦੀ ਉਦੋਂ ਸੁਣਦੇ ਸੀ ਲੋਕ, ਉਦੋਂ ਲੋਕ ਸੁਣ ਰੋਣ ਲੱਗ ਜਾਂਦੇ ਸੀ। ਸੋ ਇਹ ਚੱਲਦਾ ਰਹਿੰਦਾ। ਤੇ ਆ ਜਿਹੜੇ ਹੁਣ ਬਹੁਤ ਜ਼ਿਆਦਾ ਰੋਲ ਹੈ ਨਾ, ਕਿਉਂਕਿ ਓਬਵੀਅਸਲੀ ਹੁਣ ਸਰਕਾਰ ਜਿਹੜੀ ਹੈ, ਪ੍ਰਸ਼ਾਸਨ ਜਿਹੜੀ ਹੈ ਨਾ, ਉਹ ਵੀ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀ ਚੀਜ਼ਾਂ ਹੈ ਉਹ ਥੋੜੀ ਕੰਟਰੋਲ ਵਿੱਚ ਆਣ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਹਵਾ ਦੀ ਚਲੀ ਹੈ ਇਹ ਕਦੋਂ ਤੱਕ ਰਹੇਗੀ? ਦੇਖੋ ਜਦੋਂ ਆਪਾਂ ਕਿਸੇ ਚੀਜ਼ ਦੀ ਗੱਲ ਕਰਦੇ, ਮੰਨ ਲਓ ਕੋਈ ਮੁੱਦਾ ਹੋ ਗਿਆ, ਉਹ 'ਤੇ ਗੱਲ ਕਰਦੇ ਹਾਂ, ਉਹ ਤਾਂ ਜ਼ਿਆਦਾ ਫੈਲਦੀ ਆ। ਸੋ
ਬਜਾਏ ਉਹ ਕਰਨ ਦੇ ਤੁਸੀਂ ਕੋਈ ਹੋਰ ਗੱਲ ਕਰੋ, ਹੋਰ ਪਾਸੇ ਲਾ ਦਿਓ। ਸਿੰਗਰਾਂ ਤੇ ਕਲਾਕਾਰ ਤੇ ਜ਼ਿਆਦਾ ਟਿੱਪਣੀ ਕਰਦੇ, ਪਹਿਲਾਂ ਕਲਾਕਾਰ ਦੀ ਕਿੰਨੀ ਇੱਜ਼ਤ ਹੁੰਦੀ ਸੀ, ਕਿੰਨੇ ਲੋਕ ਰਿਸਪੈਕਟ ਕਰਦੇ ਸੀ। ਸੋ ਸਾਰਿਆਂ ਦੀ ਕਸੂਰ ਹੈ। ਸੋ ਹੁਣ ਕਿਤੇ ਵੀ ਤੁਰੇ ਜਾਂਦੇ ਨੂੰ ਸਟੇਜ ਤੇ, ਕਿਤੇ ਵੀ ਓਏ ਇੱਦਾਂ ਆ ਕਰ ਆ ਗਾ, ਮਤਲਬ ਇਹ ਇੱਦਾਂ ਅਲੱਗ ਜਿਹੇ ਸਮਝਣ ਲੱਗ ਗਏ ਵੀ ਇਹ ਤਾਂ ਪਤਾ ਨਹੀਂ ਕੌਣ ਨੇ ਕੋਈ, ਮਤਲਬ ਇੰਨੀ ਇੱਜ਼ਤ ਰਹੀ ਨਹੀਂ ਸਿੰਗਰਾਂ ਦੀ। ਇਹ ਗੱਲ ਤਾਂ ਇਹ ਚੀਜ਼ ਬੜੀ ਚੁਭਦੀ ਹੈ ਕਿਤੇ ਨਾ ਕਿਤੇ, ਕਿਉਂਕਿ ਬੜੇ ਇਸ ਕਿੱਤੇ ਨੇ ਬੜਾ ਕੁਝ ਦਿੱਤਾ ਸਾਡੇ ਸਾਹਿਤ ਨੂੰ, ਬੜੀਆਂ ਚੀਜ਼ਾਂ ਦਿੱਤੀਆਂ। ਸੋ ਇਹਨਾਂ ਦੀ ਵੀ ਉਨੀ ਉਹ ਹੋਣੀ ਚਾਹੀਦੀ ਹੈ। ਪਤਾ ਨਹੀਂ ਲੱਗਦਾ ਨਹੀਂ ਕਿ ਸੋਸ਼ਲ ਮੀਡੀਆ ਨੇ ਜਿਹੜਾ ਹੈ ਉਹ ਇੱਕ ਆਰਟਿਸਟ ਨੂੰ ਵੀ ਕਿਸੇ ਹੋਰ ਲੈਵਲ ਤੇ ਸੋਚਣ ਤੇ ਮਜਬੂਰ ਕੀਤਾ ਹੈ, ਜਾਂ ਫਿਰ ਉਹਨਾਂ ਦੀ ਸੋਚ ਨਹੀਂ ਕਿਸੇ ਹੋਰ ਲੈਵਲ ਤੇ ਰੱਖਤੀ ਹੈ, ਤੇ ਜਿਹੜੇ ਵਿਊਅਰਸ ਆ ਉਹ ਵੀ ਕੁਝ ਹੋਰ ਲੈਵਲ ਤੇ ਸੋਚਣਾ ਸ਼ੁਰੂ ਕਰ ਦਿੰਦੇ। ਚੇਂਜ ਆ ਜੀ, ਜਦੋਂ ਕੋਈ ਚੀਜ਼ ਨਵੀਂ ਆਉਂਦੀ ਹੈ ਨਾ ਦੁਨੀਆ 'ਚ, ਟੈਕਨੋਲੋਜੀ ਆਉਂਦੀ ਹੈ ਜਾਂ ਸੋਸ਼ਲ ਮੀਡੀਆ ਆਇਆ, ਫੇਸਬੁੱਕ ਕੁਛ ਵੀ, ਜਦੋਂ ਚੇਂਜ ਉਹ 'ਚ ਬਹੁਤਿਆਂ ਦਾ ਫਾਇਦਾ ਹੁੰਦਾ, ਬਹੁਤਿਆਂ ਦਾ ਨੁਕਸਾਨ ਹੁੰਦਾ। ਸੋ ਇਹ ਚੇਂਜ ਦੇ ਵਿੱਚ ਇਹ ਚੇਂਜ ਚੱਲ ਰਿਹਾ, ਇਹ ਚੇਂਜ ਥੱਲੇ ਨਹੀਂ ਹਜੇ, ਜਦੋਂ ਸਟਾਰਟ ਹੋਇਆ ਸੀ ਉਦੋਂ ਵੀ ਇਹ ਚੇਂਜ ਵਾਲਾ ਜਿਹੜਾ ਵਿਚਲਾ ਮਾਹੌਲ ਇਹ ਉਹ ਆ। ਸੋ ਇਹ ਚੀਜ਼ਾਂ ਤਾਂ ਉਥਲ ਪੁਥਲ, ਤਾਂ ਬੜਾ ਕੁਝ ਇਹ ਹੋ ਰਿਹਾ, ਤਾਂ ਹੋ ਰਿਹਾ। ਸੋ ਇਹ ਹੋ ਜਾਣਾ ਠੀਕ। ਰਣਵੀਰ ਗਰੇਵਾਲ ਨੂੰ ਸੋਸ਼ਲ ਮੀਡੀਆ ਨੇ ਕੀ ਦਿੱਤਾ ਹੈ? ਪੋਜ਼ਿਟਿਵ ਚੀਜ਼ ਦਿੱਤੀ ਹੈ? ਪੋਜ਼ਿਟਿਵ ਦਿੱਤੀ ਜੀ। ਮੈਂ ਇੰਸਟਾਗ੍ਰਾਮ ਤੋਂ ਜੈਸਮੀਨ ਸੈਂਡਲ ਦਾ ਨੰਬਰ ਲਿਆ, ਮੇਰੇ ਗਾਣੇ ਬਣੇ, ਕੰਮ ਬਣੇ। ਸੋ ਹੁਣ ਸਾਡੇ ਕੋਲ ਇਹੀ ਮੀਡੀਅਮ ਆ ਸੋਸ਼ਲ ਮੀਡੀਆ, ਜਿਸ ਥਰੂ ਹੁਣ ਵੀ ਮੈਨੂੰ ਕਈ ਵੱਡੇ ਆਰਟਿਸਟਾਂ ਨੇ ਕੰਟੈਕਟ ਕੀਤਾ, ਸੋ ਸੋਸ਼ਲ ਮੀਡੀਆ ਤੇ ਕੀਤਾ। ਸੋ ਇਹ ਤਾਂ ਹੋਣਾ ਚਾਹੀਦਾ। ਇਹ ਕਿੰਨਾ ਵਧੀਆ ਐਕਸੈਸ ਹੋ ਗਿਆ, ਇੱਕ ਕਲਿੱਕ 'ਚ ਤੁਸੀਂ ਕੋਈ ਵੀ ਬੰਦਾ ਆਪਦੇ ਫੋਨ 'ਚ ਗੈਜਟ ਇੱਕ ਖੋਲ੍ਹ, ਪੂਰੀ ਦੁਨੀਆ ਤੁਹਾਡੇ ਅੱਗੇ ਪਈ ਹੈ। ਸੋ ਇਸ ਤਰ੍ਹਾਂ ਦੀ ਮੈਨੂੰ ਤਾਂ ਨਹੀਂ ਲੱਗਦਾ ਵੀ ਅੱਜ ਤੱਕ ਇਨਸਾਨ ਦੀ ਉਹ 'ਚ ਜਿੰਨਾ ਤਾਂ ਆਪਾਂ ਜਿੰਨਾ ਕੁ ਨਿਗਾਹ ਮਾਰਦੇ ਹਾਂ ਪੁਰਾਣਾ ਵੀ ਹੋਇਆ ਹੋਊਗਾ। ਸੋ ਇਹ ਤਾਂ ਬਹੁਤ ਵਧੀਆ ਚੀਜ਼ ਹੋਈ। ਸੋ ਜਿਹੜੇ ਗੀਤ ਤੁਸੀਂ ਹੈ ਨਾ ਹੁਣ ਆਰਟਿਸਟ ਲਈ ਲਿਖਦੇ ਹੋ ਜਾਂ ਆਪ ਵੀ ਲਿਖੇ ਗਾਉਂਦੇ ਹੋ, ਕੀ ਇਹ ਫਿਲਮਾਂ ਵਿੱਚ ਵੀ ਹੋਣਗੇ ਤੁਹਾਡੇ ਲਿਖੇ ਗੀਤ? ਹਾਂਜੀ ਡੈਫੀਨਿਟਲੀ। ਆਪਣੀ ਆਵਾਜ਼ ਵਿੱਚ ਗਾਏ? ਹਾਂਜੀ, ਮੇਰੀ ਆਵਾਜ਼ 'ਚ ਹੁਣ ਕੰਟੀਨਿਊ ਆਉਣਗੇ ਮੇਰੇ ਗਾਣੇ। ਸੋ ਫਿਲਮਾਂ 'ਚ ਵੀ ਆਉਣਗੇ, ਕਿਉਂਕਿ ਲਿਖਣ ਦਾ ਟੇਸਟ ਹੁਣ ਮੈਂ ਥੋੜ੍ਹੀ ਜਿਹੀ ਜਿੱਦਾਂ ਮੇਰਾ ਜਿਹੜਾ ਪਸੰਦੀਦਾ ਉਹ ਰੋਮਾਂਟਿਕ ਆ। ਹਾਂ, ਥੋੜ੍ਹੇ ਯੋਧਿਆਂ ਵਾਲੇ ਗਾਣੇ ਉਹ ਵੀ ਲਿਖ ਰਿਹਾ, ਹਥਿਆਰਾਂ ਵਾਲੇ ਵੀ ਲਿਖ ਰਿਹਾ ਹੈਗਾ, ਪਰ ਉਹ ਪੋਜ਼ੀਟਿਵ ਗੱਲ ਹੋਊਗੀ। ਸੋ ਹਰ ਤਰ੍ਹਾਂ ਦੇ ਫਿਲਮੀ ਪਾਕਿਸਤਾਨੀ ਮੈਨੂੰ ਬੜੇ ਚੰਗੇ ਲੱਗਦੇ ਜੀ। ਸੋ ਸੌਫਟ ਰੋਮਾਂਟਿਕ ਜਿੱਦਾਂ ਬਾਲੀਵੁੱਡ 'ਚ ਚੱਲਦੇ ਆ, ਪਹਿਲਾਂ ਚੱਲਦੇ ਸੀਗੇ। ਸੋ ਸੁਖਵਿੰਦਰ ਸਿੰਘ ਹੋਰਾਂ ਦੀ ਮੈਂ ਲਿਖਣਾ ਚਾਹੁੰਦਾ। ਸੋ ਉਹ ਮੈਂ ਕਰਦਾ ਰਹਿਣਾ, ਹਜੇ ਚਾਹੇ ਉਹ ਅੱਗੇ ਨਾ ਆਉਣ, ਮੈਂ ਲਿਖ ਰੱਖੀ ਜਾਣਾ। ਸੋ ਕੋਸ਼ਿਸ਼ ਹੁੰਦੀ ਕਿ ਗਾਣਾ ਕੋਈ ਵੀ ਬਣਾਵਾਂ, ਲਿਖਾਂ, ਉਹ ਇਸ ਤਰ੍ਹਾਂ ਹੋਵੇ ਵੀ ਉਹ 5 ਸਾਲ ਬਾਅਦ 10 ਸਾਲ ਬਾਅਦ ਲੱਗਾ ਉਹ ਪੁਰਾਣਾ ਨਾ ਲੱਗੇ, ਉਹ ਇਦਾਂ ਲੱਗੇ ਯਾਰ ਹਾਂ ਇਹ ਤਾਂ ਅੱਜ ਵੀ ਗਾ ਲਓ। ਹਾਂ, ਉਸ ਮਾਹੌਲ ਦੇ ਹਿਸਾਬ ਨਾਲ ਉਹਦਾ ਮਿਊਜ਼ਿਕ ਕੰਪੋਜ਼ ਚੇਂਜ ਹੋ ਸਕਦੀ ਆ, ਮਤਲਬ ਵੀ ਗੱਲ ਦੀ ਉਮਰ ਵੱਡੀ ਹੋਵੇ, ਉਹ ਵੱਡੀ ਕੀ ਹਾਂ ਉਦੋਂ ਵੀ ਅਪਲਾਈਡ ਹੋਵੇ। ਮਤਲਬ ਸਾਉਣ ਦਾ ਮਹੀਨਾ ਆਪਾਂ ਕਹਿੰਦੇ ਆ, ਜਦੋਂ ਮੈਂ ਪੱਟ ਲਿਆ ਗਾਣਾ ਜਿਹਾ ਵੀ ਸਾਉਣ ਦਾ ਮਹੀਨੇ ਗੱਲ, ਹੁਣ ਸਾਉਣ ਦਾ ਮਹੀਨਾ ਹੀ ਰਹਿਣਾ, 100 ਸਾਲ ਬਾਅਦ ਵੀ ਸਾਉਣ ਤਾਂ ਸਾਉਣ ਹੀ ਰਹਿਣਾ। ਸੋ ਕੋਸ਼ਿਸ਼ ਹੁੰਦੀ ਮੋਰ ਹੀ ਰਹਿਣਾ। ਹਾਂ, ਆਪਾਂ ਬੂਟ ਨੂੰ ਕੁਛ ਕੋਈ ਬ੍ਰਾਂਡ ਦੀ ਗੱਲ ਕਰ ਦਈਏ, ਉਹ ਕਰ ਦਈਏ, ਜੁੱਤੀ ਤੇ ਜੁੱਤੀ ਰਹੂ, ਪਰਾਂਦਾ ਰਹੂ ਜੀ। ਸੋ ਕੋਸ਼ਿਸ਼ ਹੁੰਦੀ ਕਿ ਉਹ ਅੱਖਰ ਨਾ ਮਰਨ, ਤੇ ਉਹ ਬੜੇ ਪਿਆਰੇ ਅੱਖਰ ਜੋ ਅੱਜ ਲਿਖੇ ਹੋਣ ਉਹ ਅੱਗੇ ਵੀ ਹੁੰਦੇ ਰਹੇ। ਬੜੇ ਪਿਆਰੇ ਅੱਖਰ ਹੈ ਜੀ। ਵੈਸੇ ਹੀ ਵਹਿਮ ਹੈਗਾ ਪੰਜਾਬੀ ਦੇ, ਤੁਸੀਂ ਕੋਈ ਵੀ ਭਾਸ਼ਾ ਉਹਨੂੰ ਪਿਓਰਲੀ ਬੋਲੋ ਨਾ, ਪ੍ਰੋਨਾਂਸ ਕਰੋ, ਉਹ ਬੜੀ ਚੰਗੀ ਲੱਗਦੀ। ਇੰਗਲਿਸ਼ ਨੂੰ ਪਿਓਰ ਬੋਲੋ, ਪੰਜਾਬੀ ਨੂੰ ਪਿਓਰ ਪੰਜਾਬੀ 'ਚ ਪੜ੍ਹੋ, ਬੋਲੋ, ਤੁਹਾਨੂੰ ਰਸ ਦਿਓ। ਉਹ ਅੱਖਰ ਕਿਤੇ ਨੇ ਜਦੋਂ ਬਣੇ ਨਾ, ਮੁਟਿਆਰ ਕਹਿੰਦੇ ਆ, ਪਿਆਰ, ਉਹ ਬੜੇ ਕੁਛ ਦਿੰਦੇ ਆ, ਸਕੂਨ ਦਿੰਦੇ ਆ, ਕੋਈ ਉਹਨਾਂ 'ਚ ਰਸ ਕੁਛ ਹੈਗਾ ਗਾ, ਉਹ ਇਦਾਂ ਹੀ ਨਹੀਂ ਹੈਗੇ ਵੀ ਯਾਰ। ਰਣਵੀਰ, ਤੁਸੀਂ ਹੁਣ ਪੱਟ ਲੈ ਗਿਆ ਦਾ ਜ਼ਿਕਰ ਵੀ ਕੀਤਾ, ਔਰ ਪੱਟ ਲੈ ਕੇ ਤੁਸੀਂ ਦੱਸਿਆ ਕਿ ਮੈਂ ਆਪਣੀ ਵੋਕਲ ਦੇ ਵਿੱਚ ਰਿਕਾਰਡ ਕੀਤਾ ਸੀ। ਮੈਂ ਚਾਹੂੰਗੀ 2 ਲਾਈਨਾਂ ਉਸ ਦੀਆਂ ਤੁਸੀਂ ਪਲੀਜ਼। ਜ਼ਰੂਰ। ਪੱਟ ਲੈ ਗਿਆ ਗੀਤ ਤੋਂ ਮੇਰੀ ਸ਼ੁਰੂਆਤ ਹੋਈ, ਮੈਨੂੰ ਉਸੇ ਗੀਤ ਕਰਕੇ ਮੈਂ ਅੱਜ ਇੱਥੇ ਬੈਠਾ। ਸੋ ਉਹ ਮੈਂ ਜ਼ਰੂਰ ਸੁਣਾਉਣਾ। ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ ਮੁੰਡਿਆ, ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ ਮੁੰਡਿਆ। ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ ਮੁੰਡਿਆ, ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ ਮੁੰਡਿਆ। ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ, ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ, ਤੇਰੇ ਨਾਂ ਦਾ ਤਵੀਤ ਵਟਿਆ। ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸੌਣ ਦੇ ਮਹੀਨੇ, ਮੈਂ ਸੀ ਅਲੜ ਪੁਣੇ 'ਚ ਅਜੇ ਪੈਰ ਰੱਖਿਆ। ਲੈ ਗਿਆ ਜੱਟੀ ਨੂੰ ਤੂੰ ਵੀ ਸੌਣ ਦੇ ਮਹੀਨੇ, ਮੈਂ ਸੀ ਅਲੜ ਪੁਣੇ 'ਚ ਅਜੇ ਪੈਰ ਰੱਖਿਆ। ਵਾਹ, ਮੈਂ ਤਾਂ ਚਾਹੁੰਦੀ ਕਿ ਮੈਂ ਪੂਰਾ ਗਾਣਾ ਸੁਣਾ, ਬਟ ਟਾਈਮ ਨਹੀਂ ਹੈ ਇੰਨਾ ਜ਼ਿਆਦਾ ਕਿ ਉਹ ਪੂਰਾ ਸੁਣਾ, ਬਟ ਬਹੁਤ ਪਿਆਰਾ ਗਾਣਾ ਤੁਸੀਂ ਲਿਖਿਆ, ਔਰ ਜੈਸਮੀਨ ਦੀ ਆਵਾਜ਼ ਨੇ ਤਾਂ ਇਸ ਤੇ ਹੋਰ 4 ਲਾਤੇ। ਬਿਲਕੁਲ। ਸੋ ਜਾਂਦੇ ਮੈਂ ਇੱਕ ਕਨਫਿਊਜ਼ਨ ਹੈ ਜਿਹੜੀ ਸਾਡੀ ਆਡੀਅנס ਨੂੰ ਵੀ ਰਹਿੰਦੀ ਹੈ, ਸਾਨੂੰ ਵੀ ਰਹਿੰਦੀ ਹੈ, ਕਿ ਰਣਵੀਰ ਗਰੇਵਾਲ ਤੁਸੀਂ ਵੀ ਹੋ, ਹੈ ਨਾ? ਰਣਵੀਰ ਗਰੇਵਾਲ ਇੱਕ ਹੋਰ ਲਿਰਿਸਿਸਟ ਵੀ ਨੇ, ਹੈ ਨਾ? ਸੋ ਇਹ ਥੋੜੀ ਜਿਹੀ ਪਲੀਜ਼ ਕਨਫਿਊਜ਼ਨ ਥੋੜੀ ਜਿਹੀ ਅਲੱਗ। ਐਕਚੁਅਲੀ ਇਹ ਉਹ ਰਣਵੀਰ ਸਿੰਘ ਨੇ ਜੀ। ਹਾਂਜੀ, ਤੇ ਇਸ ਚੱਕਰ 'ਚ ਮੈਨੂੰ ਬੜੀ ਕਈ ਵਾਰ ਕੰਮ ਬਣਿਆ, ਕਈ ਵਾਰ ਵਿਗੜਿਆ।
ਅੱਛਾ ਮੈਨੂੰ ਬਣਿਆ ਕਿੰਨਾ ਤੇ ਵਿਗੜਿਆ ਕਿੰਨਾ ਇਹ ਵੀ ਪਰਸੈਂਟ ਦੱਸਿਓ। ਹਾਂ ਮੈਨੂੰ ਲੁਧਿਆਣਾ ਸਾਈਡ ਤੋਂ ਪਤਾ ਨਹੀਂ ਲੁਧਿਆਣੇ ਤੋਂ ਪਤਾ ਨਹੀਂ ਕੋਈ ਉੱਥੇ ਪਿੰਡ ਸੀ ਨੇੜੇ ਮੈਨੂੰ ਫੋਨ ਆਇਆ। ਮੈਂ ਉਹਦੇ ਬੜਾ ਫਨੀ ਮੂਡ 'ਚ ਬੜਾ ਵਧੀਆ ਮੈਂ ਕਿਹਾ ਚੱਲ ਆਪਾਂ ਇਹ 'ਚ ਕਿਹੜਾ ਕਿਸੇ ਦਾ ਨੁਕਸਾਨ ਹੋ ਰਿਹਾ। ਫੋਨ ਆਇਆ ਕਹਿੰਦੇ ਮੈਨੂੰ ਪਤਾ ਸੀ ਇਸ ਤਰ੍ਹਾਂ ਕਿਉਂਕਿ ਪਹਿਲਾਂ ਹੋ ਚੁੱਕਿਆ ਸੀਗਾ। ਕਹਿੰਦੇ ਵੀਰੇ ਰਣਬੀਰ ਗੱਲ ਕਰ ਰਹੇ ਹੋ ਤੇ ਓਬਵੀਅਸਲੀ ਹੁਣ ਬੰਦਾ ਇਹ ਨਹੀਂ ਕੋਈ ਰਣਬੀਰ ਸਿੰਘ ਨਾ ਉਹਨੂੰ ਕਿਹਾ ਬਾਈ ਰਣਬੀਰ ਗੱਲ ਕਰ ਰਿਹਾ। ਮੈਂ ਕਿਹਾ ਹਾਂਜੀ ਵੀਰੇ। ਤੇ ਕਹਿੰਦੇ ਵੀਰੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਮੈਂ ਸਮਝ ਗਿਆ। ਤੇ ਕਹਿੰਦੇ ਵੀ ਤੁਹਾਡੀ ਰੋਰ ਐਲਬਮ ਬੜੀ ਸਾਨੂੰ ਪਸੰਦ ਹੈ ਬੜੀ ਵਧੀਆ। ਮੈਂ 10 ਮਿੰਟ ਨਾਲ ਗੱਲਾਂ ਮਾਰੀਆਂ ਤੇ ਬਾਅਦ ਚੋਂ ਦੱਸਿਆ ਮੈਂ ਕਿਹਾ ਯਾਰ ਵੀ ਉਹ ਰਣਵੀਰ ਸਿੰਘ ਆ ਵੀਰੇ ਮੈਂ ਤਾਂ ਮੇਰੇ ਤਾਂ ਇਹਨਾਂ ਨਾਲ ਗਾਣੇ ਆਇਆ। ਸੋ ਇਹ ਕਨਫਿਊਜ਼ਨ ਹੈ ਜੀ ਕਈ ਚੱਕਰ 'ਚ ਇਹ ਨੁਕਸਾਨ ਹੋਇਆ ਕਿ ਨਹੀਂ ਯਾਰ ਵੀ ਅੱਛਾ ਅਸੀਂ ਤਾਂ ਇਸ ਚੱਕਰ 'ਚ ਆ ਗਏ ਵੀ ਰਣਵੀਰ ਸਿੰਘ ਵਾਪਸ ਜਦੋਂ ਫਿਰ ਜਾਂਦੇ ਫਿਰ ਦੁੱਖ ਲੱਗਦਾ ਯਾਰ ਵੀ ਇਹ ਨਾ ਸੋਚੋ ਹਾਂ ਤੁਸੀਂ ਨਾਂ ਲਈ ਆਏ ਹੋ ਠੀਕ ਆ ਪਰ ਤੁਸੀਂ ਗਾਣਾ ਸੁਣ ਲਓ ਹਾਂ ਨਹੀਂ ਚੰਗਾ ਲੱਗਾ ਠੀਕ ਹੈ ਤੇ ਵੀ ਗਾਣੇ ਮੇਰੇ ਵੀ ਠੀਕ ਹੈ। ਇਹ ਇਦਾਂ ਹੋਇਆ ਜੀ। ਚਲੋ ਠੀਕ ਆ ਉਹ ਮੈਂ ਉਹਨਾਂ ਦੇ ਗਾਣੇ ਬਹੁਤ ਸੁਣਦਾ ਮੈਨੂੰ ਵਧੀਆ ਲੱਗਦੇ ਉਹ ਬਹੁਤ ਪੋਲਿਸ਼ ਰਾਈਟਰ ਨੇ ਜੀ। ਸੋ ਰਣਵੀਰ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਔਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਤੁਸੀਂ ਬਹੁਤ ਵਧੀਆ ਗਾਣੇ ਲਿਖਦੇ ਵੀ ਔਰ ਆਵਾਜ਼ ਵੀ ਬਹੁਤ ਵਧੀਆ ਹੈ। ਸੋ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਧੀਆ ਗੀਤ ਅਸੀਂ ਤੁਹਾਡੀ ਆਵਾਜ਼ ਦੇ ਵਿੱਚ ਸੁਣੀਏ ਔਰ ਤੁਹਾਡੇ ਲਿਖੇ ਹੋਏ ਜਿਹੜੇ ਆਪਣੇ ਸੁਣੀਏ। ਬਿਲਕੁਲ ਜੀ ਸਾਡੀ ਆਡੀਅנס ਨੂੰ ਜਾਂਦੇ ਇਹ ਵੀ ਦੱਸ ਦਿਓ ਕਿ ਆਉਣ ਵਾਲੇ ਪ੍ਰੋਜੈਕਟਸ ਕਿਹੜੇ ਨੇ ਔਰ ਸਾਡੀ ਆਡੀਅנס ਨੂੰ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ। ਦੇਖੋ ਮੈਂ ਮੈਸੇਜ ਨਹੀਂ ਮੈਂ ਬਹੁਤ ਛੋਟਾ ਗਾ ਹਾਂ ਜਿੰਨਾ ਕਿ ਮੇਰਾ ਐਕਸਪੀਰੀਅੰਸ ਆ ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਬੜਾ ਨਫ਼ਰਤ ਵਾਲਾ ਜ਼ਿਆਦਾ ਹੋ ਗਿਆ ਦੁਨੀਆ 'ਚ ਮਾਹੌਲ ਕਿ ਤੁਸੀਂ ਜਿਸ ਤਰ੍ਹਾਂ ਦਾ ਬੀਜੋਗੇ ਉਸ ਤਰ੍ਹਾਂ ਹੀ ਵੱਢੋਗੇ। ਸੋ ਪਿਆਰ ਦੀ ਜ਼ਰੂਰਤ ਹੈ ਜੀ ਦੁਨੀਆ ਨੂੰ ਹੈ ਨਾ। ਸੋ ਇਹ ਬੜੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ। ਸੋ ਜਦੋਂ ਕਿਸੇ ਚੀਜ਼ ਦੀ ਬੜੀ ਐਂਡ ਹੋ ਜਾਂਦਾ ਉਦੋਂ ਲੜਾਈ ਹਥਿਆਰ ਇਹ ਠੀਕ ਆ ਲੇਕਿਨ ਇਨਸਾਨ ਦਾ ਜਿਹੜਾ ਨੇਚਰ ਆ ਉਹ ਸਕੂਨ ਲਈ ਆ ਪਿਆਰ ਪਰਮਾਤਮਾ ਹੈ। ਬਿਲਕੁਲ ਸੋ ਤੁਸੀਂ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰੋ ਹਾਂ ਮਤਲਬ ਤੁਸੀਂ ਚੰਗਾ ਕਰੋਗੇ ਤੁਹਾਡੇ ਨਾਲ ਚੰਗਾ ਹੋਊਗਾ ਮਤਲਬ ਇਹੀ ਕਰੋ ਨਫ਼ਰਤ ਨਾਲ ਨਾ ਦੇਖੋ ਪੋਜ਼ਿਟਿਵ ਉਹਦੇ ਨਾਲ ਦੇਖੋ। ਮੈਂ ਇਹੀ ਮੇਰਾ ਇਹੀ ਮੰਨਣਾ ਜੀ ਮੈਸੇਜ ਨਹੀਂ ਕਹਿ ਸਕਦੇ ਮਤਲਬ ਮੈਨੂੰ ਇਦਾਂ ਲੱਗਦਾ ਮੈਂ ਜਿਹੜਾ ਮੈਨੂੰ ਚੰਗਾ ਲੱਗਦਾ ਮੈਂ ਇਹੀ ਕਹਿਣਾ ਕਿ ਯਾਰ ਇਦਾਂ ਜੇ ਕਰਕੇ ਤੁਹਾਨੂੰ ਵਧੀਆ ਲੱਗੂਗਾ ਕਰਕੇ ਦੇਖਿਓ ਐਟਲੀਸਟ ਤਜਰਬਾ ਕਰਕੇ ਦੇਖ ਲਿਓ। ਬਿਲਕੁਲ ਸੇ ਪ੍ਰੋਜੈਕਟਸ ਕਿਹੜੇ ਆਉਣ ਵਾਲੇ ਆ। ਪ੍ਰੋਜੈਕਟ ਜੀ ਹੁਣ ਆਉਂਦੇ ਰਹਿਣਗੇ ਜੀ ਓਬਵੀਅਸਲੀ ਜਿਹੜੇ ਆਰਟਿਸਟ ਨਾਲ ਪਹਿਲਾਂ ਕਿਤੇ ਜੈਸਮੀਨ ਹੋਣਾ ਉਹਨਾਂ ਨਾਲ ਵੀ। ਸੋ ਮੈਨੂੰ ਲੱਗਦਾ ਹੁੰਦਾ ਮੈਂ ਪਲਾਨ ਕਈ ਵਾਰ ਮੇਰੇ ਨਾਲ ਕੀ ਹੁੰਦਾ ਮੈਂ ਪਲਾਨ ਕੁਝ ਕਰ ਲੈਣਾ ਕਿ ਇਦਾਂ ਦਾ ਕਿਉਂਕਿ ਜਿੱਦਾਂ ਮੈਂ ਸੋਚਿਆ ਸੀਗਾ ਮੈਂ ਲੇਖਕ ਨਹੀਂ ਸੀਗਾ। ਸੋ ਪਹਿਲਾਂ ਐਜ਼ ਰਾਈਟਰ ਮੇਰੇ ਗਾਣੇ ਆ ਗਏ ਹਨਾ। ਸੋ ਹੁਣ ਮੈਨੂੰ ਲੱਗਦਾ ਕਿ ਜਿਹੜੇ ਪ੍ਰੋਜੈਕਟ ਬਣੇ ਪਿਆ ਵੀ ਜਦੋਂ ਆ ਜਾਣ ਉਦੋਂ ਹੀ ਡਿਸਕਲੋਜ਼ ਹੋਣ ਲੇਕਿਨ ਆਲਮੋਸਟ ਕਾਫੀ ਵੱਡੇ ਆਰਟਿਸਟਾਂ ਨਾਲ ਮਤਲਬ ਹਰ ਇੱਕ ਆਰਟਿਸਟ ਨਾਲ ਮਤਲਬ ਹੋਏ ਪਿਆ ਜੀ ਉਹ ਆਉਣਗੇ ਬੜੀ ਜਲਦੀ। ਸੋ ਮੇਰੇ ਆਪਣੇ ਐਜ਼ ਹੁਣ ਗਾਣੇ ਆਉਂਦੇ ਰਹਿਣਗੇ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਰਣਵੀਰ ਗਰੇਵਾਲ ਜੀ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਜਿਹੜੀ ਹੈ ਵਧੀਆ ਲੱਗੀ ਹੋਵੇਗੀ ਔਰ ਜੋ ਵੀ ਤੁਹਾਡੇ ਵਿਚਾਰ ਹੋਣਗੇ ਸਾਨੂੰ ਕਮੈਂਟ 'ਚ ਜ਼ਰੂਰ ਦੱਸ ਦਿਓ ਔਰ ਅਗਲੀ ਵਾਰ ਕਿਸੇ ਹੋਰ ਕਲਾਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੁਹਾਡੇ ਰੂਬਰੂ ਕਰਾਵਾਂਗੇ। ਪਰ ਫਿਲਹਾਲ ਤੇ ਵੇਲਾ ਹੋ ਚੁੱਕਾ ਹੈ ਤੁਹਾਡੇ ਤੋਂ ਸਭ ਤੋਂ ਵਿਦਾ ਲੈਣ ਦਾ। ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਵੋ ਇਜਾਜ਼ਤ ਪਰ ਤੁਸੀਂ ਜਗਬਾਨੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ ਨਾਲ ਜੁੜੇ ਰਹਿਣਾ ਹੈ। ਸਤਿ ਸ਼੍ਰੀ ਅਕਾਲ।